छोटा फार्मर जिहड़ा है लैस दैन 5 एकड़ वो 80 ਤੋਂ 85% है। ਤੇ ਅੱਜ ਆਪਾਂ ਇਸੇ ਫਾਰਮਰ ਦੀ ਗੱਲ ਜ਼ਿਆਦਾ ਕਰਨੀ ਹੈ ਜਿਨ੍ਹਾਂ ਕੋਲ ਜ਼ਮੀਨ ਹੈ ਹੀ ਨਹੀਂ। ਕੋਈ ਵੀ ਆਪਣਾ ਕੰਮ ਕਰਨਾ ਕਿਸਾਨ ਉਹਦੇ ਲਈ 4 ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਤੇ ਲੇਬਰ ਅਵੇਲੇਬਲ ਹੈ। ਕਿਸਾਨਾਂ ਨੇ ਦੇਖਣਾ ਹੈ ਕਿ ਉਹਨਾਂ ਨੂੰ ਮੇਨਟੇਨ ਕਿਵੇਂ ਕਰਕੇ ਰੱਖਣਾ ਹੈ। ਜਦੋਂ 70% ਬੰਦਾ ਕਿਸੇ ਚੀਜ਼ ਤੇ ਡਿਪੈਂਡ ਹੁੰਦਾ ਹੈ ਤੇ ਉਹਦੀ ਗੱਲ ਕਰ ਲੈਣਾ ਬਹੁਤ ਜ਼ਰੂਰੀ ਹੈ। ਉਹੀ ਸਾਡਾ ਆਮਦਨੀ ਦਾ ਮੋਟਿਵ ਹੈ। ਤੇ ਅੱਜ ਐਸਾ ਟਾਈਮ ਹੈ ਕੋਈ ਵੀ ਲੈਂਡ ਐਸਾ ਨਹੀਂ ਬਚੀ ਜਿੱਥੇ ਖੇਤੀ ਨਹੀਂ ਜ਼ਮੀਨ ਵਧਾਈ ਨਹੀਂ ਜਾ ਸਕਦੀ। ਜੇ ਆਪਾਂ ਕਹੀਏ ਕਿ ਵੀ ਹਾਂ ਤੇ ਜਦੋਂ ਜ਼ਮੀਨ ਫਿਕਸ ਹੈ ਤੇ ਹੁਣ ਖੇਤੀ ਕਿਵੇਂ ਵਧਾ ਸਕਦੇ? 2 ਤਰੀਕੇ ਨੇ ਮੇਰਾ ਵੀ। ਹੁਣ ਉਹ ਗੱਲਾਂ ਤੇ ਨਹੀਂ ਰਹਿਣੀਆਂ ਕਿ ਵੀ ਹੱਥ ਨਾਲ ਕਰ ਲਾਂਗੇ, ਫੈਮਿਲੀ ਮੈਂਬਰ ਮਿਲ ਕੇ ਬੀਜ ਲਾ ਦਾਂਗੇ ਜੀ, ਥੋੜਾ ਹੀ ਕਰਨਾ, ਘਰ ਦੇ ਖਾਣ ਜੋਗਾ ਕਰਨਾ ਨਹੀਂ। ਤੁਹਾਨੂੰ ਟਰੈਕਟਰ ਵੀ ਚਾਹੀਦਾ, ਤੁਹਾਨੂੰ ਲੇਬਰ ਵੀ ਚਾਹੀਦੀ ਹੈ, ਤੁਹਾਨੂੰ ਥ੍ਰੈਸ਼ਰ ਵੀ ਚਾਹੀਦਾ ਬਾਅਦ ਚ ਕਲਟੀਵੇਟ ਕਰਨ, ਔਰ ਹੈਰੋ ਚਾਹੀਦੀ ਹੈ, ਕਲਟੀਵੇਟਰ ਚਾਹੀਦਾ। ਜੇਕਰ ਨਹੀਂ ਹੈ ਤੁਸੀਂ ਕਿਰਾਏ 'ਚ ਲਓਗੇ, ਤੁਹਾਨੂੰ ਹਰ ਇੱਕ ਚੀਜ਼ ਦਾ ਕਿਰਾਇਆ ਦੇਣਾ ਪੈਣਾ ਜਾਂ ਫਿਰ ਤੁਹਾਨੂੰ ਸਾਰੇ ਇਕਵਿਪਮੈਂਟ ਰੱਖਣੇ ਪੈਣੇ। ਤੇ ਇਹ ਖਰਚੇ ਹੈ ਜਿਹੜੇ ਪੈਦਾਵਾਰ ਕਰਨ ਲਈ ਆਪਾਂ ਵਧਾ ਕੇ ਕਰ ਵੀ ਰਹੇ ਹਾਂ, ਇਸ ਕਰਕੇ ਨਹੀਂ ਬਚ ਰਿਹਾ ਛੋਟੇ ਫਾਰਮਰ। ਵੱਡੇ ਫਾਰਮਰ ਕੋਲ ਫਿਰ ਵੀ ਜ਼ਮੀਨ ਜ਼ਿਆਦਾ ਹੈ ਤੇ 1 ਕਿੱਲੇ ਤੇ ਘੱਟ ਵੀ ਬਚ ਜਾਏਗਾ, 50 ਨਾਲ ਗੁਣਾ ਕਰ ਦਾਂਗੇ ਬਥੇਰਾ ਹੋ ਜਾਂਦਾ। ਛੋਟੇ ਫਾਰਮਰ ਕੋ ਗੁਣਾ ਕਰਨ ਲਈ ਸਿਰਫ 5 ਕਿੱਲੇ ਨੇ, ਉਸ ਤੋਂ ਘੱਟ ਨਹੀਂ। ਉਹ ਚੱਕਰਵਰਤੀ ਵਿਆਜ ਉਹਦੇ ਐਵੇਂ ਚੱਕਰ ਬਣਾ ਦਿੰਦਾ ਕਿਸਾਨ ਦੇ ਕਿ ਉਹ ਵਿਆਜ ਹੀ ਨਹੀਂ। ਕਈ ਮੇਰੇ ਭਰਾ ਸੁਣੀਦਾ ਪੰਜਾਬ ਤੋਂ, ਹਰਿਆਣਾ ਤੋਂ ਸੁਸਾਈਡ ਤੱਕ ਕਰ ਲੈਂਦੇ ਨੇ, ਐਸਾ ਚੱਕਰ ਬਣਾ ਦਿੰਦਾ ਹੈ ਚੱਕਰਵਰਤੀ ਵਿਆਜ। ਇਤਿਹਾਸ 'ਚ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਰਹੇ ਖੇਤੀ ਨੂੰ ਨੰਬਰ 1 ਦਾ ਦਰਜਾ ਦਿੱਤਾ ਗਿਆ ਸੀ ਕਿਉਂਕਿ ਇਹ ਮਿਹਨਤ ਵਾਲਾ ਕੰਮ ਹੈ, ਆਪਣਾ ਕੰਮ ਹੈ। ਔਰ ਨੌਕਰੀ ਜਿਹੜੀ ਹੈ ਉਹਨੂੰ ਸਭ ਤੋਂ ਨੀਚੇ ਦਾ ਦਰਜਾ ਦਿੱਤਾ ਗਿਆ ਸੀ। ਜਿਹੜਾ ਬਿਜ਼ਨਸਮੈਨ ਹੈ ਉਹਨੂੰ ਵਿੱਚ ਦਾ ਦਰਜਾ ਦਿੱਤਾ ਗਿਆ। ਲੇਕਿਨ ਅੱਜ ਉਲਟਾ ਹੋ ਗਿਆ। ਅੱਜ ਉਲਟਾ ਹੋ ਗਿਆ। ਮੇਰੇ ਵਰਗਾ ਜਿਹੜਾ ਨੌਕਰੀ ਕਰ ਰਿਹਾ ਇੱਥੇ ਉਹ ਫਿਰ ਵੀ ਕਮਾ ਰਿਹਾ ਹੈ, ਲੇਕਿਨ ਜਿਹੜਾ ਕਿਸਾਨ ਮਿਹਨਤ ਕਰ ਰਿਹਾ ਦਿਨ ਰਾਤ ਉਹਦਾ ਹਾਲ ਨੌਕਰੀ ਵਾਲਿਆਂ ਤੋਂ ਬੁਰਾ ਹੋ ਗਿਆ। ਲੋਕੀ ਕਹਿੰਦੇ ਨੇ ਵੀ ਸਾਡਾ ਮੁੰਡਾ ਪੜ੍ਹ ਲਿਖ ਕੇ ਨੌਕਰੀ ਲੱਗ ਜੇ, ਪ੍ਰਾਈਵੇਟ ਲੱਗ ਜੇ ਜਾਂ ਸਰਕਾਰੀ ਲੱਗ ਜੇ, ਨੌਕਰੀ ਲੱਗ ਜੇ, ਖੇਤੀ ਨਾ ਕਰੇ। ਇੰਨਾ ਮਾੜਾ ਹਾਲ ਹੋ ਗਿਆ ਕਿ ਬਿਲਕੁਲ ਉਲਟਾ ਹੋ ਗਿਆ। ਜਿਹੜੇ ਕਿਸਾਨ ਸਾਰੇ ਦੇਸ਼ ਦਾ ਭਰਦੇ ਸੀ, ਜਿਹੜੇ ਮੰਨਿਆ ਜਾਂਦਾ ਹੈ ਕਿ ਇਹ ਸਭ ਤੋਂ ਉੱਤਮ ਕੰਮ ਹੈ, ਉਹ ਅੱਜ ਸਭ ਤੋਂ ਥੱਲੇ ਆ ਗਿਆ। ਹੱਥ ਜੋੜ ਕੇ ਕਹਿੰਦੇ ਨੇ ਸਾਡਾ ਬੇਟਾ ਨੌਕਰੀ ਲੱਗ ਜਾਏ। ਕਿਸਾਨਾਂ ਦੇ ਵਿੱਚ ਵੀ ਬਹਿੰਦੇ ਆ ਤੇ ਆ ਜਿਹੜੇ ਸਿਸਟਮ ਚਲਾ ਰਹੇ ਨੇ, ਜਿਹੜੇ ਆਰਗੇਨਾਈਜੇਸ਼ਨ ਨੇ, ਜਿਹੜੇ ਪਾਲਿਸੀ ਬਣਾ ਰਹੇ ਨੇ, ਉਹਨਾਂ ਦੇ ਵਿੱਚ ਵੀ ਜਾਣਾ। ਕਿਤੇ ਨਾ ਕਿਤੇ ਅਸੀਂ ਇਹਨਾਂ ਦੋਵਾਂ ਦੇ ਵਿੱਚ ਦਾ ਕੰਮ ਕਰਕੇ ਤੁਹਾਡੇ ਤੱਕ ਇਨਫੋਰਮੇਸ਼ਨ ਲੈ ਕੇ ਆਉਣੀ ਹੈ। ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਤੇ ਤੁਹਾਡਾ ਆਪਣਾ ਭਰਾ ਗੁਰਪ੍ਰੀਤ ਅੱਜ ਸੰਡੇ ਦਾ ਦਿਨ ਸੀ, ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਆ ਰਿਹਾ। ਥੋੜਾ ਪੜ੍ਹਾਈ ਕਰਨ ਦਾ ਮੌਕਾ ਮਿਲ ਜਾਂਦਾ ਸ਼ਨੀ ਐਤਵਾਰ ਨੌਕਰੀਆਂ ਤੋਂ ਅਲੱਗ ਹੋ ਕੇ, ਤੇ ਸੋਚਿਆ ਅੱਜ ਕੱਲ੍ਹ ਪਿੰਡਾਂ ਦੀ ਇਕਨੋਮੀ ਬਾਰੇ ਪੜ੍ਹਿਆ ਜਾ ਰਿਹਾ, ਸਮਝਿਆ ਜਾ ਰਿਹਾ ਤੇ ਉਹਨਾਂ ਬਾਰੇ ਥੋੜਾ ਡਿਸਕਸ ਕਰਾਂਗੇ। ਫਿਰ ਅੱਜ ਦੇ ਪਿੰਡ ਦੀ ਗੱਲ ਕਰਨੇ, ਇੱਕ ਐਵਰੇਜ ਦਾ ਪਿੰਡ ਲੈ ਰਹੇ ਹਾਂ, ਵੱਡੇ ਪਿੰਡ ਵੀ ਹੁੰਦੇ ਨੇ ਕਿ 500 ਕੁ ਫੈਮਲੀਆਂ ਵਾਲੇ ਪਿੰਡ ਦੀ ਗੱਲ ਕਰਨੇ ਆ। ਅੱਜ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਡਿਵਾਈਡਡ ਹੁੰਦਾ ਹੈ ਪਿੰਡ। ਸਭ ਤੋਂ ਪਹਿਲਾਂ ਤੇ ਜਿਹੜਾ ਮੈਜੋਰਿਟੀ ਆਫ ਦਾ ਫਾਰਮ ਏਰੀਆ ਆਉਂਦਾ ਹੈ, ਠੀਕ ਹੈ ਜੀ, ਉਹ ਆਉਂਦਾ ਹੈ ਜਿਹੜੀ ਅਪਰ ਕਲਾਸ ਹੁੰਦੀ ਹੈ ਫਾਰਮਰਸ ਦੀ, ਉਹਨਾਂ ਕੋਲ ਆਉਂਦਾ ਹੈ ਜੀ, ਠੀਕ ਹੈ ਜੀ। ਫਿਰ ਇੱਕ ਹੁੰਦਾ ਹੈ ਕਿ ਵੀ ਮਿਡਲ ਔਰ ਮਾਰਜਨਲ ਫਾਰਮਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹੜਾ ਲੈਸ ਦੈਨ 2 ਹੈਕਟੇਅਰ ਮਤਲਬ 5 ਏਕੜ ਤੋਂ ਥੱਲੇ ਦੀ ਫਾਰਮਿੰਗ ਜਿਹੜਾ ਕਰਦਾ, ਉਹ ਆ ਜਾਂਦਾ ਆਪਣਾ ਛੋਟਾ ਤੇ ਮਾਰਜਨਲ ਫਾਰਮਰ। ਅੱਛਾ, ਹਾਲਾਂਕਿ ਇਹ ਸਮਝਣ ਵਾਲੀ ਗੱਲ ਹੈ ਕਿ ਛੋਟਾ ਫਾਰਮਰ ਜਿਹੜਾ ਹੈ ਲੈਸ ਦੈਨ 5 ਏਕੜ ਉਹ 80 ਤੋਂ 85% ਹੈ, ਲੇਕਿਨ ਜਿਹੜਾ ਵੱਡਾ ਫਾਰਮਰ ਹੈ ਉਹਦੇ ਕੋਲ ਲੈਂਡ ਏਰੀਆ ਜ਼ਿਆਦਾ ਹੈ ਲੇਕਿਨ ਉਹ 15% ਫਾਰਮਰ ਹੈ। 15% ਹੀ ਫਾਰਮਰ ਇਹੋ ਜਿਹੇ ਨੇ ਜਿਹੜੇ ਵੱਡੇ ਨੇ। ਤੇ ਜ਼ਿਆਦਾਤਰ ਜਿਹੜੀਆਂ ਸਮੱਸਿਆਵਾਂ ਨੇ, ਜਿਹੜੀ ਇਨਕਮ ਨਹੀਂ ਹੈਗੀ ਤੇ ਕਰਜ਼ੇ 'ਚ ਜਿਹੜਾ ਕਿਸਾਨ ਡੁੱਬਿਆ, ਉਹ ਛੋਟਾ ਤੇ ਮਾਰਜਨਲ ਫਾਰਮਰ ਹੀ ਹੈ। ਤੇ ਅੱਜ ਆਪਾਂ ਇਸੇ ਫਾਰਮਰ ਦੀ ਗੱਲ ਜ਼ਿਆਦਾ ਕਰਨੀ ਹੈ। ਸਾਡਾ ਫੋਕਸ ਵੀ ਆਮਦਨੀ ਦਾ ਫੋਕਸ ਵੀ ਕਿਸੇ ਨਾ ਕਿਸੇ ਪਾਸੇ ਇਹਨਾਂ ਆਮ ਫਾਰਮਰਸ ਲਈ ਹੈ। ਤੀਸਰੀ ਜਿਹੜੀ ਕੈਟੇਗਰੀ ਪੋਪੂਲੇਸ਼ਨ ਦੀ ਹੁੰਦੀ ਹੈ, ਉਹ ਕੈਟੇਗਰੀ ਹੁੰਦੀ ਹੈ ਜਿਹੜੀ ਲੈਂਡਲੈਸ ਹੈ, ਜਿਨ੍ਹਾਂ ਕੋਲ ਜ਼ਮੀਨ ਹੈ ਹੀ ਨਹੀਂ। ਉਹ ਜ਼ਿਆਦਾਤਰ ਹਰ ਇੱਕ ਪਿੰਡ 'ਚ ਜਿਹੜੇ ਜਾਂ ਤੇ ਲੇਬਰ 'ਚ ਕੰਮ ਕਰਦੇ ਨੇ ਜਾਂ ਫਿਰ ਛੋਟੇ-ਮੋਟੇ ਆਪਣੇ ਅੱਜ ਕੱਲ੍ਹ ਕੰਮ ਕਰ ਰਹੇ ਨੇ, ਉਹਨਾਂ ਦੀ ਵੀ ਗੱਲ ਕਰਾਂਗੇ। ਉਹ ਵੀ ਕਿਉਂਕਿ ਕਿਤੇ ਨਾ ਕਿਤੇ ਫਾਰਮਿੰਗ ਨਾਲ ਜੁੜੀ ਹੋਈ ਲੇਬਰ ਹੈ। ਜਿੱਥੇ ਫਾਰਮਿੰਗ ਦੀ ਗੱਲ ਹੁੰਦੀ ਹੈ, ਲੇਬਰ ਦੀ ਵੀ ਗੱਲ ਕਰ ਲੈਣੀ ਚਾਹੀਦੀ ਹੈ ਕਿਉਂਕਿ ਇਹ ਦੋਨੋਂ ਆਪਸ 'ਚ ਜੁੜੇ ਹੋਏ ਨੇ। ਤੇ ਵੀਰ ਜੀ, ਕੋਈ ਵੀ ਆਪਾਂ ਗੱਲ ਕਰਦੇ ਹਾਂ, ਥੋੜ੍ਹਾ ਜਿਹਾ ਇਕਨੋਮਿਕਸ ਦੇ ਹਿਸਾਬ ਨਾਲ ਦੱਸਾਂਗੇ ਕਿ ਕੋਈ ਵੀ ਆਪਣਾ ਕੰਮ ਕਰਨਾ ਕਿਸਾਨ ਦੇ ਉਹਦੇ ਲਈ 4 ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਚਾਹੀਦੀ ਹੈ ਲੈਂਡ, ਜ਼ਮੀਨ। ਤੇ ਜ਼ਮੀਨ ਜਿਹੜੇ ਫਾਰਮਰਾਂ ਦੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਕੋਲ ਹੁੰਦੀ ਹੈ। ਹੋ ਸਕਦਾ ਹੈ ਕਿ ਕੋਈ ਛੋਟਾ ਹੈ, ਕੋਈ ਮਾਰਜਨਲ ਹੈ ਜਾਂ ਕੋਈ ਵੱਡਾ ਫਾਰਮਰ ਹੈ, ਲੇਕਿਨ ਜ਼ਮੀਨ ਹੁੰਦੀ ਹੈ। ਦੂਜੀ ਜਿਹੜੀ ਚੀਜ਼ ਹੈ ਲੇਬਰ ਦੀ ਮੈਂ ਗੱਲ ਕੀਤੀ। ਹਰ ਇੱਕ ਪਿੰਡ 'ਚ, ਮੈਂ ਇੱਕ ਐਵਰੇਜ ਦਾ ਪਿੰਡ ਲੈ ਕੇ ਚੱਲ ਰਿਹਾ, ਹਰ ਇੱਕ ਪਿੰਡ 'ਚ ਲੇਬਰ ਅਵੇਲੇਬਲ ਹੁੰਦੀ ਹੈ, ਇਨਫ ਹੁੰਦੀ ਹੈ। ਪਰ ਅੱਜ ਕੱਲ੍ਹ ਥੋੜਾ ਸ਼ਹਿਰੀਕਰਨ ਹੋ ਗਿਆ ਹੈ, ਕਿਉਂਕਿ ਉਹ ਦੱਸਾਂਗੇ ਤੁਹਾਨੂੰ। ਕਿਉਂਕਿ ਕਿਸਾਨ ਮੇਰਾ ਵੀਰ ਫਸਲਾਂ ਹਾਰਵੈਸਟ ਕਰਦਾ, ਉਹ ਸਾਲ ਦੇ ਐਂਡ 'ਚ 6 ਮਹੀਨਿਆਂ ਦੇ ਐਂਡ 'ਚ, ਸੀਜ਼ਨ ਦੇ ਐਂਡ 'ਚ ਕਰਦਾ, ਤੇ ਹਰ ਟਾਈਮ ਮਜ਼ਦੂਰੀ ਨਹੀਂ ਦੇ ਪਾਉਂਦਾ
ਤੇ ਦੂਜੀ ਗੱਲ ਪਿੰਡਾਂ 'ਚ ਕਿਤੇ ਨਾ ਕਿਤੇ ਉਹ ਲੇਬਰ ਹੈ ਵੀ ਘੱਟ, ਇਸ ਕਰਕੇ ਅੱਜ ਕੱਲ੍ਹ ਲੇਬਰ ਨੇ ਇੱਕ ਸ਼ਿਫਟ ਕਰ ਲਿਆ, ਸ਼ਹਿਰਾਂ 'ਚ ਜਾਣ ਲੱਗ ਗਏ ਨੇ। ਤੇ ਉਹਦੀ ਗੱਲ ਕਰਾਂਗੇ ਤੇ ਲੇਬਰ ਅਵੇਲੇਬਲ ਹੈ, ਕਿਸਾਨਾਂ ਨੇ ਦੇਖਣਾ ਹੈ ਕਿ ਉਹਨਾਂ ਨੂੰ ਮੇਨਟੇਨ ਕਿਵੇਂ ਕਰਕੇ ਰੱਖਣਾ, ਕਿਉਂਕਿ ਕਿਤੇ ਨਾ ਕਿਤੇ ਲੇਬਰ ਦਾ ਵੀ ਧਿਆਨ ਇਸ ਤਰ੍ਹਾਂ ਰੱਖਣਾ ਪੈਂਦਾ ਹੈ ਕਿ ਉਹ ਆਪਣੇ ਪੂਰਾ ਸਾਲ 2-3 ਟਾਈਮ ਦੀ ਰੋਟੀ ਦਾ ਗੁਜ਼ਾਰਾ ਕਰ ਲੈਣ ਤੇ ਹੋਰ ਨੀਡਸ ਦਾ ਗੁਜ਼ਾਰਾ ਕਰ ਲੈਣ। ਹੁਣ ਤੀਸਰੀ ਜਿਹੜੀ ਹੁੰਦੀ ਹੈ ਇਕਨੋਮਿਕਸ ਦੀ ਲੈਂਗੁਏਜ 'ਚ ਕੈਪੀਟਲ ਮਤਲਬ ਪੈਸਾ। ਹੁਣ ਕੈਪੀਟਲ ਦੋ ਤਰ੍ਹਾਂ ਦਾ ਹੋ ਸਕਦਾ ਹੈ ਜੀ। ਇੱਕ ਹੋ ਸਕਦਾ ਫਿਕਸਡ ਕੈਪੀਟਲ ਕਹਿੰਦਾ ਜਿਹੜਾ ਫਿਕਸ ਹੈ, ਕਿਸਾਨ ਦੀ ਕੋਈ ਵੀ ਕੰਮ ਕਰਦਾ ਹੈ ਜਾਂ ਖੇਤੀ ਉਹ ਕਰਦਾ ਹੈ, ਪ੍ਰੋਡਕਸ਼ਨ ਹੁੰਦੀ ਹੈ, ਖੇਤੀ ਵੀ ਇੱਕ ਪ੍ਰੋਡਕਸ਼ਨ ਹੀ ਹੁੰਦੀ ਹੈ। ਉਹਦੇ 'ਚ ਕੋਈ ਵੀ ਟੂਲਸ, ਟਰੈਕਟਰ ਹੋ ਗਿਆ, ਥ੍ਰੈਸ਼ਰ ਹੋ ਗਿਆ, ਹੈਰੋ ਹੋ ਗਈ, ਕੋਈ ਵੀ ਇਕਵਿਪਮੈਂਟ ਜਿਹੜੇ ਕਿਸਾਨ ਦੇ ਲੱਗ ਰਹੇ ਨੇ, ਉਹ ਫਿਕਸਡ ਇਨਕਮ ਹੈ ਉਹਨੇ ਖਰੀਦ ਕੇ ਰੱਖੇ ਨੇ ਜੇਕਰ, ਤੇ ਉਹਦੀ ਇਨਕਮ ਹੀ ਲਾ ਕੇ ਉਹਨੇ ਰੱਖੇ ਨੇ। ਹਰ ਸਾਲ ਉਹਨਾਂ ਦਾ ਯੂਜ਼ ਕਰਦਾ ਤੇ ਫਸਲ ਬਣਾਉਂਦਾ, ਪ੍ਰੋਡਕਸ਼ਨ ਲੈ ਕੇ ਆਉਂਦਾ, ਤੇ ਉਹ ਫਿਕਸਡ ਇਨਕਮ ਹੋ ਗਈ। ਇੱਕ ਹੁੰਦੀ ਹੈ ਜੀ ਕੈਪੀਟਲ ਇਨਕਮ, ਜਿਹੜੀ ਕਿ ਤੁਸੀਂ ਕਹਿ ਸਕਦੇ ਹੋ ਜਿਹੜਾ ਪੈਸਾ ਚਾਹੀਦਾ ਹੁੰਦਾ ਹੈ। ਫੋਰ ਐਗਜ਼ਾਮਪਲ ਹੁਣ ਮੈਂ ਬੀਜ ਲੈ ਕੇ ਆਉਣਾ ਹੈ, ਲੇਬਰ ਨੂੰ ਦੇਣਾ ਹੈ, ਲਗਾਉਣਾ ਹੈ, ਕੋਈ ਮਸ਼ੀਨ ਮੇਰੇ ਕੋਲ ਹੈ ਨਹੀਂ ਤੇ ਉਹ ਕਿਸੇ ਕੋ ਕਿਰਾਏ 'ਚ ਲੈ ਕੇ ਚਲਵਾਉਣੀ ਹੈ ਤੇ ਉਹਨੂੰ ਪੈਸੇ ਦੇਣੇ ਹੈ, ਡੀਜ਼ਲ ਪਵਾਉਣਾ ਹੈ, ਉਹਦੇ ਲਈ ਤੁਹਾਨੂੰ ਪੈਸਾ ਚਾਹੀਦਾ। ਤੇ ਇਹ ਹੋ ਗਈ ਆਪਣੀ ਕੈਪੀਟਲ। ਤੇ ਚੌਥੀ ਚੀਜ਼ ਜਿਹੜੀ ਸਭ ਤੋਂ ਜ਼ਰੂਰੀ ਹੈ ਉਹ ਹੋ ਗਈ ਜੀ ਹਿਊਮਨ ਕੈਪੀਟਲ ਕੀ ਚੀਜ਼ ਹੁੰਦੀ ਹੈ? ਜਿਹੜਾ ਮੇਰਾ ਭਰਾ, ਪਹਿਲਾ ਲੈਂਡ, ਦੂਸਰਾ ਲੇਬਰ ਤੇ ਤੀਸਰਾ ਜਿਹੜੀ ਉਹਦੀ ਇਨਕਮ ਹੈ, ਕੈਪੀਟਲ ਹੈ, ਇਹਨਾਂ ਤਿੰਨਾਂ ਨੂੰ ਯੂਜ਼ ਕਰਕੇ ਕੋਈ ਪ੍ਰੋਡਕਸ਼ਨ ਕਰਦਾ ਹੈ ਤਾਂ ਉਹਨੂੰ ਕਹਿ ਦਿੰਦੇ ਆ ਹਿਊਮਨ ਕੈਪੀਟਲ। ਉਹਦੀ ਮਾਈਂਡ, ਉਹਦਾ ਦਿਮਾਗ ਲਗਾ ਕੇ, ਉਹਦੀ ਮਿਹਨਤ ਲਗਾ ਕੇ, ਤਿੰਨਾਂ ਚੀਜ਼ਾਂ ਦਾ ਯੂਜ਼ ਕਰਕੇ ਜੇਕਰ ਕੋਈ ਪ੍ਰੋਡਕਸ਼ਨ ਕਰ ਰਿਹਾ ਹੈ, ਉਹ ਕੁਝ ਵੀ ਹੋ ਸਕਦਾ, ਉਹ ਸਬਜ਼ੀਆਂ ਹੋ ਸਕਦੀਆਂ ਨੇ, ਉਹ ਫਸਲਾਂ ਹੋ ਸਕਦੀਆਂ ਨੇ, ਉਹ ਕੋਈ ਛੋਟਾ ਮੋਟਾ ਜਿਵੇਂ ਕੋਈ ਗੁੜ ਬਣਾ ਰਿਹਾ, ਵੇਚ ਰਿਹਾ, ਜਾਂ ਫਿਰ ਕੋਈ ਭੱਠਾ ਲਾ ਰਿਹਾ, ਇੱਟਾਂ ਵੇਚ ਰਿਹਾ ਬਣਾ ਕੇ ਆਪਣੀ ਮਿੱਟੀ ਤੋਂ, ਤੇ ਉਹ ਕਿਸੇ ਵੀ ਤਰ੍ਹਾਂ ਦੀ ਪ੍ਰੋਡਕਸ਼ਨ ਹੋ ਸਕਦੀ ਹੈ। ਹੁਣ ਆਪਾਂ ਗੱਲ ਕਰ ਲਈਏ 4 ਚੀਜ਼ਾਂ ਦੀ ਜਿਹੜੀਆਂ ਜ਼ਰੂਰੀ ਨੇ ਕੋਈ ਵੀ ਪ੍ਰੋਡਕਸ਼ਨ ਦਾ ਕੰਮ ਕਰਨ ਲਈ। ਤੇ ਹੋ ਕੀ ਰਿਹਾ, 70% ਜਿਹੜੇ ਫਾਰਮਰਸ ਨੇ, 70% ਫਾਰਮਰ ਹੈ, ਉਹਨਾਂ ਤੋਂ ਜੁੜੇ ਹੋਏ ਜਿਹੜੇ ਲੇਬਰ ਕਲਾਸ ਹੈ, ਇਹ ਜ਼ਿਆਦਾਤਰ ਫਾਰਮਿੰਗ ਕਰ ਰਹੀਆਂ ਨੇ ਪਿੰਡਾਂ 'ਚ। ਹੁਣ ਫਾਰਮਿੰਗ ਵੀ ਇੱਕ ਪ੍ਰੋਡਕਸ਼ਨ ਹੈ, ਤੇ ਜਦੋਂ 70% ਬੰਦਾ ਕਿਸੇ ਚੀਜ਼ ਤੇ ਡਿਪੈਂਡ ਹੁੰਦਾ ਹੈ ਤੇ ਉਹਦੀ ਗੱਲ ਕਰ ਲੈਣਾ ਬਹੁਤ ਜ਼ਰੂਰੀ ਹੈ। ਉਹੀ ਸਾਡਾ ਆਮਦਨੀ ਦਾ ਮੋਟਿਵ ਹੈ। ਹਾਂਜੀ, ਆਪਾਂ 4 ਮੇਨ ਜਿਹੜੇ ਫੈਕਟਰ ਹੈ ਉਹਨਾਂ ਦੀ ਗੱਲ ਕੀਤੀ ਪ੍ਰੋਡਕਸ਼ਨ ਲਈ, ਜਿਹੜੇ ਇੰਪੋਰਟੈਂਟ ਹੁੰਦੇ ਨੇ, ਫਾਰਮਿੰਗ ਦੀ ਪ੍ਰੋਡਕਸ਼ਨ ਚ ਲਈ ਜਿਹੜੇ ਇੰਪੋਰਟੈਂਟ ਹੁੰਦੇ ਨੇ। ਤੇ ਹੁਣ ਗੱਲ ਕਰ ਲੈਂਦੇ ਆ ਕਿ ਪਹਿਲਾ ਜਿਹੜਾ ਫੈਕਟਰ ਸੀਗਾ ਲੈਂਡ ਸਭ ਤੋਂ ਇੰਪੋਰਟੈਂਟ ਹੈ। ਜਿਹੜੀ ਜ਼ਮੀਨ ਹੈ ਸਭ ਤੋਂ ਇੰਪੋਰਟੈਂਟ ਹੈ। ਕਿਉਂਕਿ ਜਿਹੜੀ ਲੈਂਡ ਹੈ ਜੀ ਉਹ ਫਿਕਸ ਹੈ। ਜਿੰਨੀ ਵੀ ਜ਼ਮੀਨ ਜਿਹਦੇ 'ਚ ਖੇਤੀ ਕੀਤੀ ਜਾ ਸਕਦੀ ਹੈ ਉਹਦੇ 'ਚ ਖੇਤੀ ਹੋ ਰਹੀ ਹੈ। ਪਿਛਲੇ 30-40 ਸਾਲਾਂ ਦੀ ਗੱਲ ਹੋਰ ਸੀ, ਉਦੋਂ ਇੰਨੀਆਂ ਉન્નਤ ਕਿਸਮਾਂ ਬੀਜਾਂ ਦੀ ਹੈ ਨਹੀਂ ਸੀ, ਇਲੈਕਟ੍ਰਿਸਿਟੀ ਨਹੀਂ ਸੀਗੀ, ਕਈ ਜਗ੍ਹਾ ਟਿਊਬਵੈਲ ਨਹੀਂ ਸੀਗੇ ਪਹਿਲਾਂ, ਇਸ ਕਰਕੇ ਸਾਰੀ ਜਗ੍ਹਾ 'ਚ ਖੇਤੀ ਨਹੀਂ ਹੁੰਦੀ ਸੀ। ਮੇਰੇ ਖੁਦ ਦਾਦਿਆਂ ਤੋਂ ਸੁਣੀ ਹੋਈਆਂ ਗੱਲਾਂ ਨੇ, ਉਹ ਵੀ ਇੰਨਾ ਨਹੀਂ ਕਰ ਪਾਉਂਦੇ ਸੀ ਕਿਉਂਕਿ ਸਾਧਨ ਨਹੀਂ ਸੀ, ਸਹੂਲਤਾਂ ਨਹੀਂ ਸੀਗੀਆਂ। ਅੱਜ ਦਾ ਟਾਈਮ ਬਦਲ ਗਿਆ, ਰੋਡ ਕਨੈਕਟ ਹੋ ਗਏ ਨੇ ਪਿੰਡਾਂ ਦੇ ਸ਼ਹਿਰਾਂ ਨਾਲ, ਇਲੈਕਟ੍ਰਿਸਿਟੀ ਆ ਗਈ ਹੈ, ਹਰ ਜਗ੍ਹਾ ਪ੍ਰਾਈਵੇਟ ਟਿਊਬਵੈਲ ਲੱਗੇ ਨੇ। ਪਹਿਲਾਂ ਸਰਕਾਰ ਲਾਉਂਦੀ ਹੁੰਦੀ ਸੀ ਜਦੋਂ ਪਾਣੀ ਨਹੀਂ ਸੀਗਾ, ਤੇ ਉਹ ਗੱਲਾਂ ਨਹੀਂ ਗਈਆਂ ਜਿਹੜੀਆਂ ਪਹਿਲਾਂ ਹੁੰਦੀਆਂ ਸੀ। ਲੇਕਿਨ ਔਰ ਜਿਹੜੀ ਜਗ੍ਹਾ ਲੈਂਡ ਨਹੀਂ ਹੋ ਪਾ ਰਹੀ ਸੀ ਜਾਂ ਖਾਲੀ ਪਈਆਂ ਸੀ, ਉੱਥੇ ਵੀ ਲੈਂਡ ਹੋਣ ਲੱਗੀ ਖੇਤੀ ਹੋਣ ਲੱਗੀ। ਤੇ ਅੱਜ ਐਸਾ ਟਾਈਮ ਹੈ, ਕੋਈ ਵੀ ਲੈਂਡ ਐਸਾ ਨਹੀਂ ਬਚੀ ਹੈ ਜਿੱਥੇ ਖੇਤੀ ਨਹੀਂ ਹੋ ਰਹੀ। ਤੇ ਇਹ ਚੀਜ਼ ਮੇਰੇ ਵੀਰਾਂ ਨੂੰ ਸਮਝਣੀ ਪਏਗੀ, ਉਹਨਾਂ ਨੂੰ ਪਤਾ ਵੀ ਹੈ ਇਸ ਗੱਲ ਦਾ ਕਿ ਲੈਂਡ ਜਿਹੜੀ ਹੈ ਉਹ ਫਿਕਸ ਹੈ। ਲੈਂਡ ਹੈ ਕਿ ਇੱਕ ਜ਼ਮੀਨ ਨੈਚੁਰਲ ਰਿਸੋਰਸ ਹੈ, ਜ਼ਮੀਨ ਵਧਾਈ ਨਹੀਂ ਜਾ ਸਕਦੀ। ਜੇ ਆਪਾਂ ਕਹੀਏ ਕਿ ਵੀ ਹਾਂ, ਤੇ ਜਦੋਂ ਜ਼ਮੀਨ ਫਿਕਸ ਹੈ ਤੇ ਹੁਣ ਖੇਤੀ ਕਿਵੇਂ ਵਧਾ ਸਕਦੇ ਹਾਂ? 2 ਤਰੀਕੇ ਨੇ ਮੇਰਾ ਵੀਰ। ਇੱਕ ਤਰੀਕਾ ਤੇ ਹੈ ਕਿ ਆਪਾਂ ਮਲਟੀਪਲ ਕ੍ਰੌਪ ਲੈ ਲਈਏ, ਜਿਹੜਾ ਕਿ ਅੱਜ ਮੇਰੇ ਫਾਰਮਰ ਲੈ ਰਹੇ ਨੇ। 2 ਫਸਲਾਂ ਨਾਲ ਲੈ ਕੇ 3 ਵੀ ਲੈ ਰਹੇ ਨੇ, ਇਕੱਠੀਆਂ 2 ਵੀ ਲਾ ਦਿੰਦੇ ਨੇ, ਇੱਕ ਸਬਜ਼ੀ ਦੇ ਨਾਲ ਦੂਜੀ ਵੀ ਲਾ ਦਿੰਦੇ ਨੇ। ਬਹੁਤ ਵਧੀਆ ਗੱਲ ਹੈ। ਕਿਤੇ ਨਾ ਕਿਤੇ ਅਸੀਂ ਇਨਕਮ ਵਧਾਉਣੀ ਹੈ ਜੇ 2 ਫਸਲਾਂ ਇੱਕ ਟਾਈਮ ਨਾਲ ਜੇ ਆਪਾਂ ਲੈ ਪਾਵਾਂਗੇ ਸਬਜ਼ੀਆਂ ਲਾ ਕੇ। ਇਹਨੂੰ ਕਹਿੰਦੇ ਆ ਮਲਟੀਪਲ ਕ੍ਰੌਪਿੰਗ। ਇੱਕ ਟਾਈਮ 'ਚ ਤੁਸੀਂ ਮਲਟੀਪਲ ਫਸਲ ਲੈ ਰਹੇ ਹੋ, ਇਹ ਇੱਕ ਤਰੀਕਾ ਹੈ ਕਿਉਂਕਿ ਲੈਂਡ ਤੇ ਫਿਕਸ ਹੈ। ਦੂਸਰਾ ਜਿਹੜਾ ਤਰੀਕਾ ਆਉਂਦਾ ਹੈ ਜੀ, ਉਹ ਤਰੀਕਾ ਆਉਂਦਾ ਹੈ ਕਿ ਆਪਾਂ ਆਧੁਨਿਕ ਜਿਹੜੇ ਬੀਜ ਨੇ, ਆਧੁਨਿਕ ਜਿਹੜੀ ਮਾਡਰਨ ਫਾਰਮਿੰਗ ਜਿਹਨੂੰ ਕਹਿ ਦਿੰਦੇ ਆ, ਜਿਹੜੀ ਰਿਸਰਚ ਹੁੰਦੀ ਹੈ ਉਹਦਾ ਯੂਜ਼ ਕਰਕੇ ਕੀਤਾ ਜਾਏ। ਉਹਦੇ 'ਚ ਵੀ ਹੁਣ ਕਈ ਗੱਲਾਂ ਹੁੰਦੀਆਂ ਨੇ। ਅੱਜ ਕੱਲ੍ਹ ਤੁਹਾਨੂੰ ਪਤਾ ਛੱਤਾਂ 'ਚ ਵੀ ਉਗਾਉਣ ਲੱਗ ਗਏ ਨੇ, ਬਿਨਾਂ ਮਿੱਟੀ ਤੋਂ ਵੀ ਪਾਣੀ ਮੋਇਸਚਰ ਨਾਲ ਕਿਸੇ ਵੀ ਤਰ੍ਹਾਂ ਦਾ এনवायरमेंट ਬਣਾ ਕੇ ਕੇਸਰ ਤੱਕ ਦੀ ਖੇਤੀ ਹੋ ਜਾਂਦੀ ਹੈ ਅੱਜ ਕੱਲ੍ਹ ਛੱਤਾਂ 'ਚ। ਉਹ ਤਰੀਕੇ ਨੇ। ਅੱਛਾ ਜੀ,
ਜਦੋਂ ਮਾਡਰਨ ਫਾਰਮਿੰਗ ਦੀ ਗੱਲ ਹੁੰਦੀ ਆ HYV ਬੀਜਾਂ ਦੀ ਵੀ ਗੱਲ ਕਰ ਲੈਣੀ ਚਾਹੀਦੀ ਹੈ, ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਮੇਰੇ ਕਿਸਾਨ ਵੀਰ ਗੇਹੂੰ ਲਈ, ਪੈਡੀ ਲਈ, ਜੀਰੀ ਲਈ ਯੂਜ਼ ਕਰ ਰਹੇ ਨੇ। HYV ਹੁੰਦਾ ਹਾਈ ਯੀਲਡਿੰਗ ਵੈਰਾਈਟੀ ਆਫ ਸੀਡਸ, ਮੀਨਸ ਕਿ ਜਿਹੜੇ ਜਿਨ੍ਹਾਂ ਦਾ ਯੀਲਡ ਜ਼ਿਆਦਾ ਹੋਏ, ਜਿਨ੍ਹਾਂ ਦੀ ਆਊਟਪੁੱਟ ਜ਼ਿਆਦਾ ਹੋਏ। ਤੇ ਹੁੰਦਾ ਕੀ ਸੀ, ਜਦੋਂ ਆਪਾਂ ਪੁਰਾਣੀਆਂ ਗੱਲਾਂ ਕਰਨੇ ਆ, ਨਾ ਹੀ ਇੰਨੇ ਰਿਸੋਰਸ ਹੁੰਦੇ ਸੀ, ਬੀਜ ਇੰਨੇ ਵਧੀਆ ਨਹੀਂ ਸੀਗੇ ਤੇ ਪਾਣੀ ਦੇ ਸਾਧਨ ਇੰਨੇ ਵਧੀਆ ਨਹੀਂ ਸੀਗੇ, ਤੇ ਟ੍ਰੈਡੀਸ਼ਨਲ ਬੀਜ ਚੱਲਦਾ ਹੁੰਦਾ ਸੀ। ਮਤਲਬ ਜੋ ਸਾਡੇ ਬਜ਼ੁਰਗ ਬੀਜ ਲਾਉਂਦੇ ਸੀਗੇ, ਉਹਨਾਂ ਦਾ ਫਾਇਦਾ ਇਹ ਸੀਗਾ ਕਿ ਉਹਨਾਂ ਨੂੰ ਪਾਣੀ ਜ਼ਿਆਦਾ ਨਹੀਂ ਚਾਹੀਦਾ ਸੀ, ਉਹਨਾਂ ਨੂੰ ਕੈਮੀਕਲ ਇੰਨੇ ਨਹੀਂ ਚਾਹੀਦੇ ਸੀ। ਇਨਫੈਕਟ ਪੂਰਾ ਖਾਦ ਪਾਈਦੀ ਸੀ ਗੋਬਰਾਂ ਵਾਲੀ, ਤੇ ਉਹਦੇ ਨਾਲ ਕੰਮ ਹੋ ਜਾਂਦਾ ਸੀ। ਇੱਕ ਉਹਦਾ ਨੁਕਸਾਨ ਇਹ ਹੁੰਦਾ ਸੀ ਕਿ ਇੰਨੀ ਪ੍ਰੋਡਕਸ਼ਨ ਨਹੀਂ ਸੀ, ਪੈਦਾਵਾਰ ਬਹੁਤ ਘੱਟ ਹੁੰਦੀ ਸੀ। ਕੀ ਹੋ ਗਿਆ ਕਿ ਜੇ 1300 ਕਿਲੋ ਇੱਕ ਪ੍ਰੋਡਕਸ਼ਨ ਹੋ ਗਈ ਤੇ ਹੈਕਟੇਅਰ ਪਿੱਛੇ ਹੋ ਗਈ। ਲੇਕਿਨ ਅੱਜ ਦਾ ਟਾਈਮ ਹੈ ਅਲੱਗ ਹੈ। 1960 'ਚ ਗ੍ਰੀਨ ਰੈਵੋਲੂਸ਼ਨ ਆਈ, ਐਕਸਪੈਰੀਮੈਂਟ ਕੀਤਾ ਗਿਆ ਸਰਕਾਰਾਂ ਦੁਆਰਾ ਕਿ ਬਈ ਹਰਿਆਣਾ, ਯੂਪੀ, ਵੈਸਟਰਨ ਯੂਪੀ ਤੇ ਪੰਜਾਬ, ਇਹਨਾਂ ਦੇ ਜ਼ਮੀਨਾਂ ਠੀਕ ਨੇ, ਜਿਨ੍ਹਾਂ ਨੂੰ ਪਾਣੀ ਦੀ ਸੁਵਿਧਾ ਦਿੱਤੀ ਜਾਏ, ਬਿਜਲੀ ਦੀ ਸੁਵਿਧਾ ਦਿੱਤੀ ਜਾਏ ਤੇ ਹਾਈ ਕੁਆਲਿਟੀ ਬੀਜ ਦਿੱਤੇ ਜਾਣ ਤੇ ਪ੍ਰੋਡਕਸ਼ਨ ਵੱਧ ਸਕਦੀ ਹੈ। ਕਿਸਾਨਾਂ ਨੇ ਐਕਸਪੈਰੀਮੈਂਟ ਸਵੀਕਾਰ ਕੀਤਾ ਤੇ ਉਹ ਕਿਤੇ ਨਾ ਕਿਤੇ ਰਿਜ਼ਲਟ ਵਧੀਆ ਆਏ। ਅੱਛੀ ਕੁਆਲਿਟੀ ਦੇ ਬੀਜਾਂ ਤੋਂ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੋਈ। ਪਾਣੀ ਅਵੇਲੇਬਲ ਕਰਵਾ ਦਿੱਤਾ ਗਿਆ। ਪਹਿਲਾਂ ਸਰਕਾਰੀ ਟਿਊਬਵੈਲ ਥੋੜੇ ਬਹੁਤ ਹੁੰਦੇ ਸੀ, ਅੱਜ ਹਰ ਇੱਕ ਮੇਰੇ ਵੀਰ ਕੋਲ ਤਕਰੀਬਨ ਪ੍ਰਾਈਵੇਟ ਟਿਊਬਵੈਲ ਹੈਗਾ। ਇਲੈਕਟ੍ਰਿਸਿਟੀ ਦੀ ਸੁਵਿਧਾ ਚੰਗੀ ਹੈ ਤੇ ਬੀਜਾਂ ਵੀ ਕਾਫੀ ਉન્નਤ ਕਿਸਮਾਂ ਦੇ ਆ ਰਹੇ ਨੇ। ਲੇਕਿਨ ਪ੍ਰੋਬਲਮ ਇੱਕ ਹੋ ਗਈ, ਇਹਨਾਂ ਬੀਜਾਂ ਨੂੰ ਪਾਣੀ ਬਹੁਤ ਚਾਹੀਦਾ, ਪਾਣੀ ਆਪਾਂ ਬਹੁਤ ਲਿਆ। ਦੂਸਰਾ, ਇਹਨਾਂ ਬੀਜਾਂ ਨੂੰ ਕੈਮੀਕਲ ਬਹੁਤ ਚਾਹੀਦਾ। ਆਪਾਂ ਇੰਨਾ ਫਰਟੀਲਾਈਜ਼ਰ ਪਾਇਆ ਤੇ ਇੰਨਾ ਉਹ ਆਪਾਂ ਨੂੰ ਕਿਹਾ ਗਿਆ ਕਿ ਪਾਓ ਤੇ ਪ੍ਰੋਡਕਸ਼ਨ ਹੋਏਗੀ, ਪ੍ਰੋਡਕਸ਼ਨ ਹੋਈ ਵੀ। ਲੇਕਿਨ ਕਿਤੇ ਨਾ ਕਿਤੇ ਰਿਸਰਚ ਦੀ ਕਮੀ ਰਹੀ। ਕਿਸਾਨ ਦਾ ਕੋਈ ਕਸੂਰ ਨਹੀਂ ਹੈਗਾ, ਕਿਸਾਨ ਦੇ ਇੰਨੇ ਖਰਚੇ ਨੇ ਉਹ ਕਿਵੇਂ ਪੂਰੇ ਕਰੇਗਾ। ਅੱਜ ਇੰਨੀ ਪੈਦਾਵਾਰ ਹੋਣ ਤੋਂ ਬਾਅਦ ਵੀ ਕਿਸਾਨ ਭੁੱਖਾ ਮਰ ਰਿਹਾ ਹੈ। ਤੇ ਕਿਤੇ ਨਾ ਕਿਤੇ ਪ੍ਰੋਪਰ ਜਿਹੜਾ ਸਰਕਾਰ ਨੂੰ ਚਾਹੀਦਾ ਹੈ ਕਿ ਬਈ ਖੇਤੀ ਦੇ ਸੈਂਪਲ ਹੁੰਦੇ ਨੇ, ਸਰਕਾਰ ਐਫਰਟ ਕਰਦੀ ਵੀ ਹੈ, ਲੇਕਿਨ ਜ਼ਮੀਨੀ ਗਹਿਰਾਈ 'ਚ ਹਰ ਇੱਕ ਕੋਲ ਬੰਦਾ ਨਹੀਂ ਪਹੁੰਚ ਪਾਉਂਦਾ। ਜੇਕਰ ਮੈਂ ਕਈ ਆਪਣਾ ਫਰਟੀਲਾਈਜ਼ਰ ਐਕਸਪਰਟ ਨਾਲ ਗੱਲ ਕੀਤੀ ਆ, ਕਹਿੰਦੇ ਨੇ ਕਿ ਵੀ ਜ਼ਮੀਨ ਦੀ ਜੇ ਆਪਾਂ ਕੁਆਲਿਟੀ ਚੈੱਕ ਕਰ ਲਈ, ਪਤਾ ਲੱਗ ਜਾਂਦਾ ਕਿੰਨਾ ਕੁ ਫਰਟੀਲਾਈਜ਼ਰ ਪਾਣਾ ਠੀਕ ਹੈ। ਲੇਕਿਨ ਕਿਉਂਕਿ ਆਪਾਂ ਚੈੱਕ ਨਹੀਂ ਕਰਦੇ, ਆਪਾਂ ਨੂੰ ਪਤਾ ਨਹੀਂ ਕਿੱਥੇ ਕੀ ਅੱਜ ਲੈਵਲ ਹੈ, ਆਪਾਂ ਬਹੁਤ ਜ਼ਿਆਦਾ ਪਾ ਦਿੰਦੇ ਹਾਂ। ਪੇਡਾ ਭਾਵੇਂ ਛੋਟਾ ਹੋਏ, ਜ਼ਰੂਰਤ ਘੱਟ ਹੋਏ, ਆਪਾਂ ਜ਼ਿਆਦਾ ਪਾਉਂਦੇ ਹਾਂ ਤੇ ਉਹ ਕਿਤੇ ਨਾ ਕਿਤੇ ਜਿੰਨਾ ਕੁ ਪੇਡੇ ਨੇ ਲੈਣਾ ਲੈ ਲੇਗਾ, ਬਾਕੀ ਥੱਲੇ ਰਿਸ ਕੇ ਪਾਣੀ 'ਚ ਪਹੁੰਚਦਾ, ਤੁਹਾਡਾ ਪਾਣੀ ਜ਼ਹਿਰੀਲਾ ਹੁੰਦਾ। ਤੇ ਚਲੋ ਇਹ ਅਲੱਗ ਟੌਪਿਕ ਹੈ। ਸਰਕਾਰਾਂ ਨੂੰ ਚਾਹੀਦਾ ਕਿ ਇਹਦੇ 'ਚ ਗੌਰ ਕਰੇ, ਕਿਸਾਨ ਕੋਲ ਸਹੂਲਤਾਂ ਦਿਵਾਉਣ, ਪੂਰੀਆਂ ਪਹੁੰਚਣ। ਕਿਸਾਨ ਰਾਜੀ ਹੈ, ਕੋਈ ਵੀ ਕਿਸਾਨ ਆਪਣੀ ਮਿੱਟੀ ਜ਼ਹਿਰ ਨਹੀਂ ਬਣਾਉਣਾ ਚਾਹੁੰਦਾ। ਤੇ ਕਹਿਣ ਦਾ ਮਤਲਬ ਹੈ ਕਿ ਅੱਛੇ ਬੀਜ ਦੀ ਕੁਆਲਿਟੀਆਂ ਨਾਲ ਪੈਦਾਵਾਰ ਤੇ ਪੈਦਾ ਹੋਈ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਛੋਟਾ ਜਿਹੜਾ ਮਾਰਜਨਲ ਫਾਰਮਰ ਹੈ, ਜਿਹੜਾ 85% ਖੇਤੀ ਕਰ ਰਿਹਾ ਇਸ ਦੇਸ਼ ਦੇ, ਉਹਦੇ ਕੋਲ ਅੱਜ ਵੀ ਪ੍ਰੋਫਿਟ ਨਹੀਂ ਪਹੁੰਚ ਪਾ ਰਿਹਾ। ਰੀਜ਼ਨ ਮਾਡਰਨ ਫਾਰਮਿੰਗ ਮੈਥਡ ਨਾਲ ਪ੍ਰੋਡਕਸ਼ਨ ਤੇ ਵੱਧ ਗਈ, ਲੇਕਿਨ ਆਪਾਂ ਨੂੰ ਇਹ ਸਮਝਣਾ ਪਏਗਾ ਕਿਸਾਨ ਨੂੰ ਪ੍ਰੋਫਿਟ ਕਿਉਂ ਨਹੀਂ ਹੈ। ਕਿਸਾਨ ਨੂੰ ਪ੍ਰੋਫਿਟ ਇਸ ਕਰਕੇ ਨਹੀਂ ਹੈ, ਕਿਤੇ ਨਾ ਕਿਤੇ ਖਰਚੇ ਵੀ ਵੱਧ ਗਏ। ਦੇਖੋ ਜੀ, ਹੁਣ ਪ੍ਰੋਡਕਸ਼ਨ ਵੱਧ ਰਹੀ ਹੈ, ਬੀਜ ਵਧੀਆ ਕੁਆਲਿਟੀ ਦਾ ਆ ਗਿਆ, ਲਾਈਟ ਆ ਗਈ ਹੈ, ਪਾਣੀ ਆ ਗਿਆ, ਮੈਂ ਜਿਹੜੀਆਂ ਗੱਲਾਂ ਕਹੀਆਂ, ਲੇਕਿਨ ਟਰੈਕਟਰ ਵੀ ਚਾਹੀਦਾ। ਹੁਣ ਉਹ ਗੱਲਾਂ ਤੇ ਨਹੀਂ ਰਹਿਣੀਆਂ ਕਿ ਵੀ ਹੱਥ ਨਾਲ ਕਰ ਲਾਂਗੇ, ਫੈਮਿਲੀ ਮੈਂਬਰ ਮਿਲ ਕੇ ਬੀਜ ਲਾ ਦਾਂਗੇ ਜੀ, ਥੋੜਾ ਹੀ ਕਰਨਾ, ਘਰ ਦੇ ਖਾਣ ਜੋਗਾ ਕਰਨਾ। ਨਹੀਂ, ਤੁਹਾਨੂੰ ਟਰੈਕਟਰ ਵੀ ਚਾਹੀਦਾ, ਤੁਹਾਨੂੰ ਲੇਬਰ ਵੀ ਚਾਹੀਦੀ ਹੈ, ਤੁਹਾਨੂੰ ਥ੍ਰੈਸ਼ਰ ਵੀ ਚਾਹੀਦਾ ਬਾਅਦ 'ਚ ਕਲਟੀਵੇਟ ਕਰਨ, ਹੋਰ ਹੈਰੋ ਚਾਹੀਦੀ ਹੈ, ਕਲਟੀਵੇਟਰ ਚਾਹੀਦਾ। ਜੇਕਰ ਨਹੀਂ ਹੈ, ਤੁਸੀਂ ਕਿਰਾਏ 'ਚ ਲਓਗੇ, ਤੁਹਾਨੂੰ ਹਰ ਇੱਕ ਚੀਜ਼ ਦਾ ਕਿਰਾਇਆ ਦੇਣਾ ਪੈਣਾ, ਜਾਂ ਫਿਰ ਤੁਹਾਨੂੰ ਉਹ ਸਾਰੇ ਇਕਵਿਪਮੈਂਟ ਰੱਖਣੇ ਪੈਣੇ। ਇਹ ਰੀਜ਼ਨ ਨੇ ਕਿ ਬੇਸ਼ੱਕ ਪ੍ਰੋਡਕਸ਼ਨ ਵਧ ਗਈ, ਫਰਟੀਲਾਈਜ਼ਰ ਵੀ ਦਬਾ ਕੇ ਪਾਉਣਾ, ਜ਼ਮੀਨਾਂ ਦੀ ਫਰਟੀਲਿਟੀ ਖਤਮ ਹੋ ਰਹੀ ਹੈ। ਉਹ ਫਰਟੀਲਿਟੀ ਖਤਮ ਹੋ ਰਹੀ ਹੈ, ਉਹਨੂੰ ਸਮਝਾਉਣਾ ਤੇ ਕੀ ਹੈ ਲੋਕਾਂ ਨੇ, ਜਿਹੜੇ ਐਕਸਪਰਟ ਨੇ, ਉਹ ਕਹਿੰਦੇ ਨੇ ਕਿ ਜੀ ਆਹ ਬੀਜ ਲੈ ਜਾਓ, ਇਹ ਦਵਾਈ ਨਵੀਂ ਆਈ ਹੈ, ਇਹਦੇ ਨਾਲ ਪੱਜ ਜੇਗੀ। ਅਗਲੀ ਵਾਰ ਤੋਂ ਵੀ ਜ਼ਿਆਦਾ ਪਵਾ ਰਹੇ ਨੇ ਤਾਂ ਕਿ ਪ੍ਰੋਡਕਸ਼ਨ ਪਹਿਲਾਂ ਤੇ ਇੰਨੀ ਹੁੰਦੀ ਰਹੀ ਸੀ, ਹੋਰ ਘਟ ਕਿਉਂ ਗਈ। ਇਹ ਨਹੀਂ ਸਮਝ ਰਹੇ ਕਿ ਜ਼ਮੀਨ ਥੱਕ ਚੁੱਕੀ ਹੈ, ਉਹ ਹੁਣ ਥੋੜਾ ਬੰਜਰ ਹੁੰਦੀ ਜਾ ਰਹੀ ਹੈ, ਲੇਕਿਨ ਹੋਰ ਪਵਾਈ ਜਾ ਰਹੇ ਨੇ। ਤੇ ਜਿੰਨਾ ਪਾ ਰਹੇ ਨੇ ਉਹਦੇ 'ਚ ਵੀ ਕੋਸਟ ਆ ਰਹੀ ਹੈ ਹਰ ਇੱਕ ਚੀਜ਼ ਦਾ। ਯੂਰੀਆ ਆਪਾਂ ਡਬਲ ਕਰ ਦਿੰਦੇ ਹਾਂ, DAP ਆਪਾਂ ਡਬਲ ਕਰ ਦਿੰਦੇ ਹਾਂ, ਪੈਸਟੀਸਾਈਡ ਆਪਾਂ ਡਬਲ ਕਰ ਦਿੰਦੇ ਹਾਂ, ਕੀਮਤ ਲੱਗ ਰਹੀ ਹੈ। ਤੇ ਇਹ ਖਰਚੇ ਹੈ ਜਿਹੜੇ ਪੈਦਾਵਾਰ ਕਰਨ ਲਈ ਆਪਾਂ ਵਧਾ ਕੇ ਕਰ ਵੀ ਰਹੇ ਹਾਂ, ਇਸ ਕਰਕੇ ਨਹੀਂ ਬਚ ਰਿਹਾ ਜੀ ਛੋਟੇ ਫਾਰਮਰ ਕੋ। ਵੱਡੇ ਫਾਰਮਰ ਕੋ ਫਿਰ ਵੀ ਜ਼ਮੀਨ ਜ਼ਿਆਦਾ ਹੈ ਤੇ 1 ਕਿੱਲੇ ਤੇ ਘੱਟ ਵੀ ਬਚ ਜਾਏਗਾ, 50 ਨਾਲ ਗੁਣਾ ਕਰ ਦਾਂਗੇ ਬਥੇਰਾ ਹੋ ਜਾਂਦਾ। ਛੋਟੇ ਫਾਰਮਰ ਕੋ ਗੁਣਾ ਕਰਨ ਲਈ ਸਿਰਫ 5 ਕਿੱਲੇ ਨੇ, ਉਸ ਤੋਂ ਘੱਟ ਨੇ। ਤੇ ਇਸ ਕਰਕੇ ਜੀ ਇਹ ਸਮਝਣਾ ਪਏਗਾ। ਦੂਜੀ ਗੱਲ ਹੋਰ, ਮੈਂ ਪੁਰਾਣੀ ਵੀਡੀਓ 'ਚ ਦੱਸੀ ਸੀ MSP ਗੇਹੂੰ ਦੀ ਵੀਡੀਓ, ਦੇਖਿਓ, ਬਹੁਤ ਵਧੀਆ ਵੀਡੀਓ ਹੈ, ਬਹੁਤ ਆਦਰਮਾਨ ਦਿੱਤਾ ਤੁਸੀਂ ਉਸ ਵੀਡੀਓ ਨੂੰ ਜੀ। ਉਸ ਵੀਡੀਓ 'ਚ ਦੱਸਿਆ ਗਿਆ ਕਰਜ਼ੇ 'ਚ ਰਹਿੰਦਾ ਮੇਰਾ ਛੋਟਾ ਵੀਰ, ਉਹਨੂੰ ਜਿਹੜਾ ਛੋਟਾ ਕਿਸਾਨ ਹੈ ਉਹਨੂੰ ਚੱਕਣਾ ਪੈਂਦਾ ਪੈਸਾ, ਇਹ ਸਾਰੇ ਖਰਚੇ ਪੂਰੇ ਕਰਨ ਲਈ, ਫਸਲ ਲਾਉਣ ਲਈ ਇਹ ਸਾਰਾ ਕੁਝ ਕਰਨਾ ਪਏਗਾ।
ਤੇ ਉਹ ਚੱਕਦਾ ਕਿੱਥੋਂ 24% ਵਿਆਜ 'ਚ ਚੱਕਦਾ ਤੇ ਦਿੱਕਤਾਂ ਉੱਥੋਂ ਵੀ ਆਉਂਦੀਆਂ ਨੇ। ਫਿਰ ਉਹ ਪੈਸਾ ਕਲੀਅਰ ਕਰਨਾ ਹੈ ਜੀ, ਫਿਰ ਕੋਈ ਘਰ 'ਚ ਐਮਰਜੈਂਸੀ ਆ ਗਈ ਉੱਥੋਂ ਫਿਰ ਚੱਕਣਾ ਪੈਂਦਾ ਹੈ ਜੀ, ਤੇ ਜੇ ਥੋੜਾ ਬਹੁਤ ਪੈਦਾਵਾਰ ਹੋ ਰਹੀ ਹੈ ਉਹ ਵੀ ਖਤਮ ਹੋ ਜਾਂਦੀ ਹੈ। ਹੋ ਕੀ ਰਿਹਾ, ਪੜ੍ਹਾਈਆਂ 12 ਤੋਂ ਬਾਅਦ ਆਪਣੇ ਬੱਚਿਆਂ ਨੂੰ ਅੱਗੇ ਨਹੀਂ ਭੇਜ ਪਾਉਂਦੇ, ਕੋਈ ਕਾਲਜ ਪੂਰਾ ਨਹੀਂ ਕਰਾ ਪਾਉਂਦਾ, ਉਹਨਾਂ ਨੂੰ ਵਿਚਾਰਿਆਂ ਨੂੰ 10-15 ਹਜ਼ਾਰ ਦੀ ਨੌਕਰੀ ਲਈ ਸ਼ਹਿਰਾਂ 'ਚ ਜਾਣਾ ਪੈਂਦਾ ਹੈ, ਪਸ਼ੂਆਂ 'ਚ ਰਹਿਣਾ ਪੈਂਦਾ ਹੈ। ਕਹਿਣ ਦਾ ਮਤਲਬ ਹੈ ਹੁਣ ਪਸ਼ੂ ਵੀ ਕਾਫੀ ਘਟ ਗਏ ਨੇ, ਕਹਿਣ ਦਾ ਮਤਲਬ ਪੂਰੀ ਫੈਮਿਲੀ ਇਨਵੋਲਵ ਹੋ ਜਾਂਦੀ ਹੈ, ਫਿਰ ਵੀ ਖਰਚੇ ਪੂਰੇ ਨਹੀਂ ਹੁੰਦੇ। ਮੈਂ ਵੀਰੋ 4 ਚੀਜ਼ਾਂ ਦੀ ਗੱਲ ਕੀਤੀ ਸੀ ਪ੍ਰੋਡਕਸ਼ਨ ਲਈ, ਪਹਿਲੀ ਲੈਂਡ, ਦੂਜੀ ਲੇਬਰ, ਤੀਜੀ ਕੈਪੀਟਲ, ਚੌਥਾ ਹਿਊਮਨ ਕੈਪੀਟਲ। ਤੇ ਲੈਂਡ ਦੀ ਗੱਲ ਤਕਰੀਬਨ ਕਰ ਲਈ ਹੈ ਆਪਾਂ ਕਿ ਲੈਂਡ ਫਿਕਸ ਹੈ, ਨੈਚੁਰਲ ਰਿਸੋਰਸ ਹੈ, ਵਧਾ ਨਹੀਂ ਸਕਦੇ ਹਾਂ ਤੇ ਮਲਟੀਪਲ ਕ੍ਰੌਪ ਲੈਣੀ ਪਏਗੀ ਜਿਹੜੀ ਆਪਾਂ ਲੈ ਵੀ ਰਹੇ ਹਾਂ ਅੱਜ ਕੱਲ੍ਹ, ਜਾਂ ਫਿਰ ਸਾਨੂੰ ਥੋੜਾ ਜਿਹਾ ਅੱਛੀ ਕੁਆਲਿਟੀ ਦੀ ਚੀਜ਼ਾਂ ਯੂਜ਼ ਕਰਨੀ ਪੈਣੀਆਂ, ਬੀਜ ਕਰਨੇ ਪੈਣਗੇ, ਜੋ ਕਿ ਮੇਰਾ ਕਿਸਾਨ ਵੀ ਕਰ ਵੀ ਰਿਹਾ ਅੱਜ ਕੱਲ੍ਹ। ਉਹਦਾ ਨੁਕਸਾਨ ਲੇਕਿਨ ਇੱਕ ਹੋ ਰਿਹਾ ਹੈ ਕਿ ਬਹੁਤ ਜ਼ਿਆਦਾ ਫਰਟੀਲਾਈਜ਼ਰ ਮੰਗਦੇ ਨੇ ਉਹ ਬੀਜ, ਉਹ ਅਸੀਂ ਪਾ ਰਹੇ ਹਾਂ ਧਰਤੀ ਨੂੰ, ਥੋੜਾ ਰੈਸਟ ਨਹੀਂ ਦੇ ਪਾ ਰਹੇ, ਤੇ ਉਹ ਇੱਕ ਆਪਾਂ ਗੱਲਾਂ ਕੀਤੀਆਂ। ਦੂਸਰਾ ਜਿਹੜਾ ਫੈਕਟਰ ਹੈ ਉਹਦੀ ਗੱਲ ਕਰ ਲੈਂਦੇ ਹਾਂ, ਲੇਬਰ। ਲੇਬਰ ਬਹੁਤ ਇੰਪੋਰਟੈਂਟ ਹੈ। ਮੈਂ ਦੱਸਿਆ ਕਿ ਹਰ ਇੱਕ ਪਿੰਡ 'ਚ, ਐਵਰੇਜ ਪਿੰਡ ਦੀ ਗੱਲ ਕਰ ਰਹੇ ਹਾਂ, ਇੱਕ ਮੈਂ ਦੱਸਿਆ 3 ਤਬਕੇ ਦੇ ਲੋਕੀ ਹੁੰਦੇ ਨੇ ਜ਼ਿਆਦਾਤਰ। ਇੱਕ ਅਪਰ ਫਾਰਮਰ ਹੁੰਦਾ ਜਿਹੜਾ 5 ਏਕੜ ਤੋਂ ਜ਼ਿਆਦਾ ਦੀ ਜ਼ਮੀਨ ਵਾਲਾ, ਦੂਸਰਾ ਹੁੰਦਾ ਹੈ 5 ਏਕੜ ਤੋਂ ਥੱਲੇ ਵਾਲਾ ਜਿਹਨੂੰ ਆਪਾਂ ਸਮਾਲ ਐਂਡ ਮਾਰਜਨਲ ਫਾਰਮਰ ਕਹਿ ਦਿੰਦੇ ਹਾਂ। ਤੀਸਰੇ ਹੁੰਦੇ ਨੇ ਉਹ ਜਿਹੜੇ ਲੈਂਡਲੈਸ ਨੇ, ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ, ਜਿਹੜੇ ਜਾਂ ਤੇ ਲੇਬਰ ਕਰਕੇ ਕੰਮ ਕਰਦੇ ਨੇ ਜਾਂ ਫਿਰ ਛੋਟੇ-ਮੋਟੇ ਕੰਮਾਂ ਲਈ ਬਾਹਰ ਨੇ ਜਾਂ ਆਪਣੇ ਛੋਟੇ-ਮੋਟੇ ਕੰਮ ਧੰਦੇ ਕਰਦੇ ਨੇ। ਤੇ ਜੀ ਹੁਣ ਲੇਬਰ ਕਿੱਥੋਂ ਆਏਗੀ, ਆਉਂਦੀ ਕਿੱਥੋਂ ਹੈ? ਜਾਂ ਤੇ ਛੋਟਾ ਤੇ ਜਿਹੜਾ ਮੀਡੀਅਮ ਫਾਰਮਰ ਹੈ ਉਹ ਆਪਣਾ ਕੰਮ ਖਤਮ ਕਰਕੇ, ਅਗਰ ਉਹਦੇ ਕੋਲ ਥੋੜਾ ਟਾਈਮ ਬਚਦਾ ਹੈ, ਉਹ ਵੱਡੇ ਫਾਰਮਰਾਂ ਦੇ ਕੰਮ ਕਰਦਾ ਹੈ, ਉਹਨਾਂ ਦਾ ਟਰੈਕਟਰ ਚਲਾ ਲੇਗਾ ਜਾਂ ਸਾਧਨ ਚਲਾ ਲੇਗਾ, ਇਹਨਾਂ ਦੀ ਖੇਤੀ 'ਚ ਹੈਲਪ ਕਰ ਦੇਗਾ, ਉਹ ਵੀ ਇੱਕ ਤਰ੍ਹਾਂ ਦੀ ਲੇਬਰ ਪ੍ਰੋਵਾਈਡ ਕਰਦਾ ਹੈ ਕਈ ਜਗ੍ਹਾ। ਮੋਸਟਲੀ ਜਿਹੜਾ ਤੀਸਰਾ ਤਬਕਾ ਹੈ, ਜਿਹੜਾ ਲੈਂਡਲੈਸ ਹੈ, ਜਿਹਦੇ ਕੋਲ ਜ਼ਮੀਨ ਨਹੀਂ ਹੈਗੀ, ਉਹ ਐਜ਼ ਅ ਲੇਬਰ ਕੰਮ ਹੁੰਦਾ ਹੈ ਕਿਸਾਨ ਦੀ। ਲੇਕਿਨ ਇੱਥੇ ਨਾ ਉਹਨਾਂ ਦੀ ਸਮੱਸਿਆ ਜਾਣਨਾ ਹੀ ਪਏਗੀ। ਸ਼ਹਿਰਾਂ ਵਾਲੀ ਲੇਬਰ ਜੋ ਡਿਫਰੈਂਟ ਹੈ ਇਹ ਕੰਮ, ਕਿਸ ਤਰ੍ਹਾਂ? ਕਿਉਂਕਿ ਤੁਹਾਨੂੰ ਸਮਝਣਾ ਪਏਗਾ ਫਸਲ ਨੇ ਸਾਲ 'ਚ 2 ਵਾਰ ਆਉਣਾ ਹੈ, 6 ਮਹੀਨੇ ਦੀ ਇੱਕ ਫਸਲ ਹੁੰਦੀ ਹੈ ਸੀਜ਼ਨਲ, ਤੇ ਜ਼ਿਆਦਾਤਰ ਲੇਬਰ ਦੀ ਉਹ ਉੱਥੇ ਹੀ ਜ਼ਰੂਰਤ ਪੈਂਦੀ ਹੈ। ਅੱਜ ਕੱਲ੍ਹ ਚਲੋ ਮੇਰੇ ਵੀਰ ਸਬਜ਼ੀਆਂ ਲਾਉਣ ਲੱਗੇ ਨੇ, ਇਸ ਕਰਕੇ ਲੇਬਰ ਵਿੱਚ ਵੀ ਜ਼ਰੂਰਤ ਪੈਂਦੀ ਰਹਿੰਦੀ ਹੈ। ਤੇ ਲੇਬਰ ਦੀ ਪ੍ਰੋਬਲਮ ਇਹ ਹੈ, ਲੇਬਰ ਅੱਜ ਕੱਲ੍ਹ ਸ਼ਿਫਟ ਹੋ ਰਿਹਾ ਹੈ। ਤੁਸੀਂ ਦੇਖਿਆ ਹੋਏਗਾ ਯੂਪੀ ਬਿਹਾਰ ਤੋਂ ਬਹੁਤ ਲੇਬਰ ਹਰਿਆਣਾ ਪੰਜਾਬ 'ਚ ਆਉਂਦੀ ਹੈ। ਉਹਦਾ ਰੀਜ਼ਨ ਕੀ ਹੈ? ਉਹਦੇ ਰੀਜ਼ਨ ਵੀ ਇਹੀ ਨੇ ਕਿ ਉਸ ਜਗ੍ਹਾ 'ਚ ਕੰਮ ਨਹੀਂ ਦੇ ਪਾਉਂਦੇ ਲੋਕੀ, ਲਗਾਤਾਰ ਕੰਮ ਨਹੀਂ ਦੇ ਪਾਉਂਦੇ। ਪੰਜਾਬ 'ਚ ਫਿਰ ਵੀ ਕੋਈ ਨਾ ਕੋਈ ਬੰਦਾ ਆਪਣੇ ਬਿਹਾਰੀ ਭਰਾ ਨੂੰ ਰੱਖ ਲੈਂਦਾ ਹੈ, ਪੂਰਾ ਸਾਲ ਉਹਨੂੰ ਇਨਕਮ ਦਿੰਦਾ ਹੈ ਫਿਕਸਡ। ਲੇਕਿਨ ਇਹ ਪ੍ਰੋਬਲਮਾਂ ਹੁਣ ਆ ਰਹੀਆਂ ਨੇ ਕਿ ਪਿੰਡ 'ਚ ਜੇਕਰ ਕੋਈ ਲੇਬਰ ਦੀ ਲੋੜ ਹੈ, ਅੱਜ ਸਾਨੂੰ ਗੋਡੀ ਕਰਾਉਣੀ ਹੈ, ਸਬਜ਼ੀ ਲਾਈ ਹੈ, ਤੇ ਅੱਜ ਉਹਨਾਂ ਨੇ ਐਸੀ ਜ਼ਰੂਰਤ ਲੈ ਲੈਣੀ ਹੈ, ਉਹਨਾਂ ਨੂੰ ਪਰ ਡੇ ਦੇ ਹਿਸਾਬ ਨਾਲ ਜੋ ਵੀ ਦੇਣਾ 200 ਰੁਪਏ ਹੈ ਜੋ ਵੀ ਦੇ ਦੇਣਾ ਹੈ। ਲੇਕਿਨ ਆਪਾਂ ਪੂਰਾ ਸਾਲ ਉਹਨਾਂ ਨੂੰ ਗਾਰੰਟੀ ਨਹੀਂ ਦੇ ਸਕਦੇ, ਕਿਉਂਕਿ ਸਾਡੇ ਕੋਲ ਕਿਹੜਾ ਹਰ ਟਾਈਮ ਕੰਮ ਹੁੰਦਾ ਹੈ। ਛੋਟੇ ਫਾਰਮਰ ਤੇ ਆਪਣੇ ਖੇਤਾਂ 'ਚ ਆਪ ਕੰਮ ਕਰ ਲੈਂਦੇ ਨੇ, ਵੱਡਾ ਫਾਰਮਰ ਵੀ ਜਦੋਂ ਹਾਰਵੈਸਟਿੰਗ ਕਰਨੀ ਹੈ, ਫਸਲ ਕਟਵਾਉਣੀ ਹੈ, ਉਦੋਂ ਲੇਬਰ ਦੀ ਲੋੜ ਪੈਂਦੀ ਹੈ। ਤੇ ਪੈਟਰਨ ਬੜੇ ਡਿਫਰੈਂਟ ਨੇ, ਕਈ ਜਗ੍ਹਾ ਕ੍ਰੌਪ ਟੂ ਕ੍ਰੌਪ ਡਿਪੈਂਡ ਕਰਦਾ ਹੈ ਕਿ ਕਿਹੜੇ ਕੰਮ ਤੋਂ ਕੰਮ ਡਿਪੈਂਡ ਕਰਦਾ ਹੈ ਕਿ ਕਿਹੜੇ ਕੰਮ ਦਾ ਕਿੰਨਾ ਪੈਸਾ ਦੇਣਾ ਹੈ, ਕੋਈ ਫਿਕਸ ਨਹੀਂ ਹੈ। ਦੂਸਰਾ, ਕੰਮ ਦੀ ਡਿਊਰੇਸ਼ਨ ਵੀ ਫਿਕਸ ਨਹੀਂ ਹੈ, ਕੋਈ ਕੰਮ 5 ਦਿਨ ਦਾ ਹੋ ਸਕਦਾ ਲੇਬਰ ਲਈ, ਕੋਈ 10 ਦਾ ਹੋ ਸਕਦਾ, ਕੋਈ ਹੋ ਸਕਦਾ ਮਹੀਨੇ ਦਾ, ਲੇਕਿਨ ਪੂਰਾ ਸਾਲ ਕਿਸੇ ਵੀ ਬੰਦੇ ਕੋਲ ਕੰਮ ਨਹੀਂ ਹੁੰਦਾ ਕਿ ਉਹ ਪੂਰਾ ਲੇਬਰ ਨੂੰ ਇੰਗੇਜ ਕਰ ਸਕੇ। ਹੁਣ ਕੋਈ ਵੀ ਬੰਦਾ ਜਿਹੜਾ ਪੂਰਾ ਟਾਈਮ ਹਰ ਇੱਕ ਦਿਨ ਰੋਟੀ ਨਹੀਂ ਕਮਾਏਗਾ ਤੇ ਉਹਦੇ ਘਰ ਫਿਰ ਦਿੱਕਤ ਹੋ ਜਾਏਗੀ 2 ਟਾਈਮ ਦੇ ਖਾਣੇ ਦੀ। ਇਸ ਕਰਕੇ ਲੇਬਰ ਸ਼ਿਫਟ ਹੋਣ ਲੱਗੀ ਸ਼ਹਿਰਾਂ ਵੱਲ, ਉੱਥੇ ਉਹਨਾਂ ਨੂੰ ਕੰਮ ਮਿਲ ਜਾਂਦੇ ਨੇ, ਦਿੱਕਤਾਂ ਹੈ ਨੇ, ਪਰ ਕਿਤੇ ਨਾ ਕਿਤੇ ਉੱਥੇ ਸ਼ਿਫਟ ਹੋਣ ਕਰਕੇ ਕਿਸਾਨ ਨੂੰ ਵੀ ਲੇਬਰ ਦੀ ਜਦੋਂ ਲੋੜ ਹੁੰਦੀ ਹੈ ਉੱਥੇ ਦਿੱਕਤ ਆ ਜਾਂਦੀ ਹੈ। ਅੱਛਾ ਜੀ, ਇਹ ਹੋ ਗਈ ਹੁਣ ਆਪਾਂ ਲੇਬਰ ਦੀ ਗੱਲ ਕੀਤੀ, ਪਰ ਆਉਂਦੀ ਕਿੱਥੋਂ ਹੈ, ਚੈਲੰਜਸ ਕੀ ਨੇ, ਇਹਨਾਂ ਨੂੰ ਫਿਰ ਕਦੇ ਕਵਰ ਕਰਾਂਗੇ ਅੱਗੇ ਹੋਰ ਚੈਲੰਜ ਇਹਨਾਂ ਨੂੰ। ਤੀਸਰੇ ਫੈਕਟਰ ਦੀ ਗੱਲ ਕਰ ਲੈਂਦੇ ਹਾਂ, ਕੈਪੀਟਲ ਦੀ। ਹੁਣ ਕੈਪੀਟਲ ਇੱਦਾਂ ਹੈ ਜੀ, ਪਹਿਲੀ ਚੀਜ਼ ਤੇ ਵੱਡੇ ਫਾਰਮਰ ਕੋਲ ਸਾਧਨ ਸਾਰੇ ਹੁੰਦੇ ਨੇ। ਫਿਕਸਡ ਕੈਪੀਟਲ ਦੀ ਗੱਲ ਕੀਤੀ ਸੀ, ਫਿਕਸਡ ਕੈਪੀਟਲ ਵੱਡਾ ਫਾਰਮਰ ਫਿਰ ਵੀ ਆਪਣੇ ਟਰੈਕਟਰ, ਆਪਣੇ ਸੰਦ ਜਿਹੜੇ ਹੁੰਦੇ ਨੇ ਰੱਖਦਾ ਹੈ, ਛੋਟੇ ਕਿਸਾਨ ਕੋਲ ਜ਼ਿਆਦਾਤਰ ਤੋਂ ਨਹੀਂ ਹੈ। ਕੁਛ ਮੇਰੇ ਵੀਰ ਕਰਜ਼ਾ ਲੈ ਕੇ ਲੈਂਦੇ ਨੇ, ਬੈਂਕਾਂ ਤੋਂ ਲੋਨ ਲੈਂਦੇ ਨੇ। ਇਹ ਗੱਲ ਅਸੀਂ ਅੱਜ ਇਹਨਾਂ ਬਿਲਡਿੰਗਾਂ 'ਚ ਜੇ ਹਾਊਸ ਲੋਨ ਲੈਣਾ ਹੋਵੇ ਸਾਨੂੰ ਫਿਰ ਵੀ ਸਿੰਪਲ ਵਿਆਜ 'ਚ ਮਿਲ ਜਾਏਗਾ। ਲੇਕਿਨ ਜੇ ਮੇਰੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੈ ਜਾਂ ਖੇਤੀ ਤੋਂ ਰਿਲੇਟਡ ਕੋਈ ਕਰਜ਼ਾ ਲੈਣਾ ਹੈ, ਉਹਨੂੰ ਜਿਹੜਾ ਕੰਪਲੈਕਸ ਇੰਟਰਸਟ ਕਹਿੰਦੇ ਆਪਾਂ, ਚੱਕਰਵਾਦੀ ਵਿਆਜ ਕਹਿੰਦੇ ਆ, ਉਹ ਦੇਣਾ ਪੈਂਦਾ ਹੈ। ਉਹ ਚੱਕਰਵਰਤੀ ਵਿਆਜ ਉਹਦੇ ਐਵੇਂ ਚੱਕਰ ਬਣਾ ਦਿੰਦਾ ਕਿਸਾਨ ਦੇ ਕਿ ਉਹ ਵਿਆਜ ਹੀ ਨਹੀਂ। ਕਈ ਮੇਰੇ ਭਰਾ ਸੁਣੀਦਾ ਪੰਜਾਬ ਤੋਂ, ਹਰਿਆਣਾ ਤੋਂ ਸੁਸਾਈਡ ਤੱਕ ਕਰ ਲੈਂਦੇ ਨੇ, ਐਸਾ ਚੱਕਰ ਬਣਾ ਦਿੰਦਾ ਹੈ ਚੱਕਰਵਰਤੀ ਵਿਆਜ, ਬਹੁਤ ਮਾੜਾ ਹੈ। ਤੇ ਛੋਟਾ ਕਿਸਾਨ ਬਹੁਤ ਮਜਬੂਰ ਹੈ, ਉਹਦੇ ਕੋਲ ਸਾਧਨ ਹੈ ਨਹੀਂ, ਤੇ ਫਿਕਸਡ ਇਨਕਮ ਇਹਨੂੰ ਆਪਾਂ ਕਹਿੰਦੇ ਆ ਨਹੀਂ ਹੈ।
ਜੇ ਕਿਸੇ ਦੀ ਮੇਰੇ ਭਰਾ ਦੀ 2-3 ਫਸਲਾਂ ਕਰਕੇ ਜਾਂ ਅੱਛੀ ਕੁਆਲਿਟੀ ਦੀ ਬੀਜ ਯੂਜ਼ ਕਰਕੇ ਪ੍ਰੋਡਕਸ਼ਨ ਹੋ ਰਹੀ ਹੈ ਤੇ ਉਹ ਕੋਸ਼ਿਸ਼ ਕਰਦਾ ਕਿ ਇੱਕ ਅੱਧਾ ਟਰੈਕਟਰ ਲੈ ਲੇ, ਕੋਈ ਸਾਧਨ ਲੈ ਲੇ, ਮੁਸ਼ਕਿਲ ਬਹੁਤ ਹੈ। ਅੱਛਾ ਜੀ, ਫਿਰ ਜਿਹੜੀ ਕੈਪੀਟਲ ਚਾਹੀਦੀ ਹੁੰਦੀ ਹੈ ਥਰੂ ਆਊਟ ਈਅਰ ਲੇਬਰ ਨੂੰ ਦੇਣ ਲਈ, ਬੀਜ ਲਿਆਉਣ ਲਈ, ਫਰਟੀਲਾਈਜ਼ਰ ਲਿਆਉਣ ਲਈ, ਉਹ ਵੀ ਕਿਤੇ ਨਾ ਕਿਤੇ ਹਰ ਇੱਕ ਮਤਲਬ ਰੱਖ ਨਹੀਂ ਪਾਉਂਦਾ ਆਪਣੇ ਹੱਥ 'ਚ ਛੋਟਾ ਕਿਸਾਨ। ਉਹਦੇ ਲਈ ਵੀ ਜ਼ਿਆਦਾਤਰ ਕਰਜ਼ੇ ਲੈਣੇ ਪੈਂਦੇ ਨੇ। ਜਿਹੜਾ ਟਰੇਡਰ ਹੁੰਦਾ ਹੈ, ਜਿਹੜਾ ਮਿਡਲਮੈਨ ਹੁੰਦਾ ਹੈ, ਉਹਦੇ ਕੋਲ ਪੈਸਾ ਲੈਣਾ ਪੈਂਦਾ ਹੈ। ਉਹ ਵੀ 24% ਆਪਾਂ MSP ਦੀ ਵੀਡੀਓ 'ਚ ਗੱਲ ਕੀਤੀ ਸੀ, ਕਿਸਾਨ ਨੂੰ ਦੇਣਾ ਪੈਂਦਾ ਹੈ। ਤੇ ਕਾਫੀ ਮਾੜਾ ਹਾਲ ਹੈ ਕਿ ਆਪਣੇ ਬੱਚਿਆਂ ਨੂੰ ਪੂਰੀ ਪੜ੍ਹਾਈ ਨਹੀਂ ਕਰਵਾ ਪਾਉਂਦਾ ਇਹਨਾਂ ਚੈਲੰਜ ਕਰਕੇ। ਉਹਨਾਂ ਨੂੰ ਵੀ ਖੇਤੀ 'ਚ ਜਾਂ ਤੇ ਲਾ ਦਿੰਦੇ ਨੇ ਜਾਂ ਫਿਰ 10-15 ਹਜ਼ਾਰ ਦੀ ਨੌਕਰੀ ਲਈ ਸ਼ਹਿਰ ਜਾਣਾ ਪੈਂਦਾ। ਜਿਹੜਾ ਕਿ ਮੇਰਾ ਵੀਰ ਇੰਨਾ ਟੈਲੈਂਟਡ ਹੈ ਕਿ ਚੰਗੀ ਨੌਕਰੀ ਕਰ ਸਕਦਾ, ਉਹ ਵੀ ਆਪਣਾ ਛੋਟੀਆਂ ਨੌਕਰੀਆਂ 'ਚ ਜੋਗਾ ਰਹਿ ਗਿਆ। ਇੱਕ ਗੱਲ ਮੈਂ ਦੱਸਣਾ ਚਾਹਾਂਗਾ ਮੇਰੇ ਵੀਰਾਂ ਨੂੰ, ਜਿਹੜੀ ਖੇਤੀ ਹੈ ਸਾਡੇ ਇਤਿਹਾਸ 'ਚ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਰਹੇ, ਖੇਤੀ ਨੂੰ ਨੰਬਰ 1 ਦਾ ਦਰਜਾ ਦਿੱਤਾ ਗਿਆ ਸੀ ਕਿਉਂਕਿ ਇਹ ਮਿਹਨਤ ਵਾਲਾ ਕੰਮ ਹੈ, ਆਪਣਾ ਕੰਮ ਹੈ। ਔਰ ਨੌਕਰੀ ਜਿਹੜੀ ਹੈ ਉਹਨੂੰ ਸਭ ਤੋਂ ਨੀਚੇ ਦਾ ਦਰਜਾ ਦਿੱਤਾ ਗਿਆ ਸੀ। ਜਿਹੜਾ ਬਿਜ਼ਨਸਮੈਨ ਹੈ ਉਹਨੂੰ ਵਿੱਚ ਦਾ ਦਰਜਾ ਦਿੱਤਾ ਗਿਆ। ਲੇਕਿਨ ਅੱਜ ਉਲਟਾ ਹੋ ਗਿਆ। ਮੇਰੇ ਵਰਗਾ ਜਿਹੜਾ ਨੌਕਰੀ ਕਰ ਰਿਹਾ ਇੱਥੇ ਉਹ ਫਿਰ ਵੀ ਕਮਾ ਰਿਹਾ ਹੈ, ਲੇਕਿਨ ਜਿਹੜਾ ਕਿਸਾਨ ਮਿਹਨਤ ਕਰ ਰਿਹਾ ਦਿਨ ਰਾਤ, ਉਹਦਾ ਹਾਲ ਨੌਕਰੀ ਵਾਲਿਆਂ ਤੋਂ ਵੀ ਬੁਰਾ ਹੋ ਗਿਆ। ਲੋਕੀ ਕਹਿੰਦੇ ਨੇ ਵੀ ਸਾਡਾ ਮੁੰਡਾ ਪੜ੍ਹ ਲਿਖ ਕੇ ਨੌਕਰੀ ਲੱਗ ਜੇ, ਪ੍ਰਾਈਵੇਟ ਲੱਗ ਜੇ ਜਾਂ ਸਰਕਾਰੀ ਲੱਗ ਜੇ, ਨੌਕਰੀ ਲੱਗ ਜੇ, ਖੇਤੀ ਨਾ ਕਰੇ। ਇੰਨਾ ਮਾੜਾ ਹਾਲ ਹੋ ਗਿਆ ਕਿ ਬਿਲਕੁਲ ਉਲਟਾ ਹੋ ਗਿਆ ਕੰਮ। ਜਿਹੜੇ ਕਿਸਾਨ ਸਾਰੇ ਦੇਸ਼ ਦਾ ਭਰਦੇ ਸੀ, ਜਿਹੜੇ ਮੰਨਿਆ ਜਾਂਦਾ ਹੈ ਵੀ ਇਹ ਸਭ ਤੋਂ ਉੱਤਮ ਕੰਮ ਹੈ, ਉਹ ਅੱਜ ਸਭ ਤੋਂ ਥੱਲੇ ਆ ਗਿਆ। ਉਹ ਹੱਥ ਜੋੜ ਕੇ ਕਹਿੰਦੇ ਨੇ ਸਾਡਾ ਬੇਟਾ ਨੌਕਰੀ ਲੱਗ ਜੇ। ਤੇ ਇਹ ਆਪਾਂ ਲੇਬਰ ਦੀ ਗੱਲ ਕਰ ਰਹੇ ਸੀ, ਆਪਾਂ ਕੈਪੀਟਲ ਦੀ ਗੱਲ ਕਰ ਰਹੇ ਸੀ, ਇਹ ਬੁਰਾ ਹਾਲ ਹੋ ਗਿਆ ਜੀ, ਨਹੀਂ ਹੁੰਦਾ। ਚੌਥਾ ਪੁਆਇੰਟ ਜਿਹੜਾ ਇੱਥੇ ਅਸੀਂ ਕਵਰ ਕੀਤਾ ਕਿ ਹਿਊਮਨ ਕੈਪੀਟਲ ਕਿਵੇਂ ਕੰਮ ਕਰਦੀ ਹੈ। ਪਹਿਲੇ 3 ਪੁਆਇੰਟਾਂ ਨੂੰ ਜੋੜ ਕੇ ਜਿਹੜਾ ਕੋਈ ਮੇਰਾ ਵੀ ਕੰਮ ਕਰ ਰਿਹਾ, ਉਹ ਹੋ ਸਕਦਾ ਫਾਰਮਿੰਗ ਤੋਂ ਡਾਇਰੈਕਟਲੀ ਰਿਲੇਟਡ ਨਾ ਵੀ ਹੋਵੇ। ਲੈਂਡ ਦਾ ਯੂਜ਼ ਕਰਕੇ, ਲੇਬਰ ਦਾ ਯੂਜ਼ ਕਰਕੇ ਤੇ ਜਿਹੜੀ ਉਹਨਾਂ ਕੋਲ ਕੈਪੀਟਲ ਹੈ ਉਹਦਾ ਯੂਜ਼ ਕਰਕੇ ਕੁਛ ਨਾ ਕੁਛ ਕਰ ਰਹੇ ਨੇ। ਕੋਈ ਮੇਰਾ ਵੀਰ ਆਪਣੇ ਖੇਤ 'ਚ ਆਪਣੀ ਲੈਂਡ ਯੂਜ਼ ਕਰਕੇ ਆਪਣੇ ਘਰ ਦੀ ਲੇਬਰ ਜਾਂ ਬਾਹਰੋਂ ਲੇਬਰ ਲਿਆ ਕੇ, ਮੈਂ ਦੱਸਿਆ ਤੁਹਾਨੂੰ ਕਿ ਸ਼ੱਕਰ ਬਣਾ ਰਿਹਾ ਹੈ ਗੰਨੇ ਤੋਂ, ਜਾਂ ਫਿਰ ਕੋਈ ਮੇਰਾ ਵੀਰ ਆਪਣੀ ਲੈਂਡ 'ਚ ਭੱਠਾ ਲਾ ਕੇ ਇੱਟਾਂ ਕੱਢ ਰਿਹਾ, ਉਹ ਵੀ ਲੇਬਰ ਦਾ ਵੀ ਯੂਜ਼ ਹੋ ਰਿਹਾ। ਤੇ ਇਹ ਤਾਂ 70% ਲੋਕੀ ਹੋ ਗਏ ਜਿਹੜੇ ਫਾਰਮਿੰਗ ਕਰਦੇ ਨੇ ਜਾਂ ਲੇਬਰ ਕਰਦੇ ਨੇ। 20-30% ਲੋਕੀ ਹਰ ਇੱਕ ਪਿੰਡ 'ਚ, ਇੱਕ ਐਵਰੇਜ ਪਿੰਡ ਦੀ ਗੱਲ ਕਰ ਰਹੇ ਆ, ਐਸੇ ਵੀ ਹੁੰਦੇ ਨੇ ਜਿਹੜੇ ਨੌਨ ਫਾਰਮਿੰਗ ਰਿਲੇਟਡ ਐਕਟੀਵਿਟੀ ਕਰਦੇ ਨੇ। ਫੋਰ ਐਗਜ਼ਾਮਪਲ ਮੈਂ ਵੀ ਇੱਕ ਐਗਜ਼ਾਮਪਲ ਹੈ, ਮੈਂ ਨੌਕਰੀ ਕਰ ਰਿਹਾ, ਇੰਜੀਨੀਅਰ ਹੈਗਾ, ਸੌਫਟਵੇਅਰ ਇੰਜੀਨੀਅਰ ਹੈਗਾ। ਇਹ ਹੋ ਗਈ ਥੋੜੀ ਜਿਹੀ ਫਿਰ ਵੀ ਚੰਗੀ ਨੌਕਰੀ ਹੋ ਗਈ ਕਿ ਵੀ ਤੁਸੀਂ ਸ਼ਹਿਰ 'ਚ ਆ ਗਏ ਹੋ, ਚੰਗਾ ਕਮਾਉਣ ਲੱਗ ਗਏ ਹੋ। ਪਰ ਜ਼ਿਆਦਾਤਰ ਛੋਟੇ ਪਿੰਡਾਂ 'ਚ ਇਸ ਤਰ੍ਹਾਂ ਦੀ ਕੁਆਲੀਫਿਕੇਸ਼ਨ ਮੇਰੇ ਵੀਰ ਨਹੀਂ ਪਹੁੰਚ ਪਾਉਂਦੇ। ਟੈਲੈਂਟਡ ਤੋਂ ਟੈਲੈਂਟਡ ਵੀਰ ਨਹੀਂ ਪਹੁੰਚ ਪਾਉਂਦੇ ਕਿਉਂਕਿ ਉਹਨਾਂ ਦੀ ਪੜ੍ਹਾਈਆਂ ਵਿੱਚ ਰੁਕਵਾਉਣੀਆਂ ਪੈ ਜਾਂਦੀਆਂ ਨੇ। ਤੇ ਬਸ ਧੰਨ ਨੇ ਸਾਡੇ ਪੇਰੈਂਟਸ, ਸਾਡੇ ਫਾਦਰ ਸਾਹਿਬ, ਮਦਰ, ਜਿਹੜੇ ਸਾਨੂੰ ਇੱਥੋਂ ਤੱਕ ਪਹੁੰਚਾ ਪਾਏ। ਕਈ ਮੇਰੇ ਕਿਸਾਨ ਵੀਰ ਆਪਣੇ ਬੱਚਿਆਂ ਨੂੰ ਨਹੀਂ ਪਹੁੰਚਾ ਪਾਉਂਦੇ ਨੇ, ਕਰਜ਼ਿਆਂ ਥੱਲੇ ਹੁੰਦੇ ਨੇ, ਤੇ ਉਹਨਾਂ ਦੀ ਵੀ ਗੱਲ ਕਰ ਲੈਂਦੇ ਆ ਕੀ ਕੰਮ ਕਰਦੇ ਨੇ ਉਹ ਪਿੰਡਾਂ 'ਚ। ਜ਼ਿਆਦਾਤਰ ਜੀ ਕੁਛ ਅਗਰ ਕਿਸਾਨ ਕੋ ਥੋੜਾ ਪੈਸਾ ਬਣਾ ਲਿਆ ਉਹਨੇ, ਉਹ ਆਪਣਾ ਛੋਟਾ ਮੋਟਾ ਪ੍ਰੋਡਕਸ਼ਨ ਖੋਲ੍ਹ ਲੈਂਦਾ। ਜਿਵੇਂ ਕਈ ਮੇਰੇ ਵੀਰ ਕੋਲੂ ਲਾ ਕੇ ਗੰਨੇ ਦਾ ਰਸ ਕੱਢ ਕੇ ਗੁੜ ਬਣਾ ਲੈਂਦੇ ਨੇ, ਉਹਦਾ ਸ਼ੱਕਰ ਬਣਾ ਕੇ ਵੇਚ ਲੈਂਦੇ ਨੇ। ਜਾਂ ਛੋਟਾ ਮੋਟਾ ਕੋਈ ਇੱਟਾਂ ਦਾ, ਕੋਈ ਆਪਣੇ ਖੇਤ 'ਚ ਮਿੱਟੀ ਯੂਜ਼ ਕਰਕੇ ਇੱਟਾਂ ਦਾ ਭੱਠਾ ਬਣਾ ਲਿਆ। ਜਾਂ ਕੁਛ ਸ਼ੌਪਕੀਪਰ ਹੁੰਦੇ ਨੇ, 5-10 ਹਰ ਇੱਕ ਪਿੰਡ 'ਚ 4-5 ਸ਼ੌਪਕੀਪਰ ਮਿਲ ਜਾਂਦੇ ਨੇ। ਇੱਕ ਅੱਜ ਕੱਲ੍ਹ ਮਿੱਟੀ ਦਾ ਯੂਜ਼ ਕਰਕੇ ਘੜੇ ਬਣਾ ਲੈਂਦੇ ਨੇ, ਉਹ ਵੇਚ ਦਿੰਦੇ ਨੇ। ਇਸੇ ਤਰ੍ਹਾਂ ਕੋਈ ਲੋਹੇ ਦਾ ਕੰਮ ਕਰ ਲੈਂਦੇ ਨੇ, ਲੋਹੇ ਦਾ ਕੰਮ ਕਰਕੇ। ਇਹ 30% ਲੋਕੀ ਨੇ ਜਿਹੜਾ ਛੋਟਾ ਮੋਟਾ ਹੋਰ ਟਰਾਂਸਪੋਰਟ ਦਾ ਕੰਮ ਹੋ ਗਿਆ ਅੱਜ ਕੱਲ੍ਹ। ਜਿਹੜੇ ਮੇਰੇ ਵੀਰ ਕੋ ਥੋੜਾ ਬੈਂਕ 'ਚੋਂ ਲੋਨ ਲੈ ਕੇ ਜਾਂ ਫਿਰ ਆਪਣਾ ਥੋੜਾ ਬਹੁਤ ਸੇਵਿੰਗ ਤੋਂ ਕੋਈ ਛੋਟਾ ਮੋਟਾ ਵਹੀਕਲ ਲੈ ਲੈਂਦੇ ਨੇ, ਉਹ ਅੱਜ ਕੱਲ੍ਹ ਪਿੰਡਾਂ ਤੋਂ ਸ਼ਹਿਰ ਜਾਂ ਸਵਾਰੀਆਂ ਲੈ ਜਾਂਦੇ ਨੇ ਜਾਂ ਸਮਾਨ ਲੈ ਜਾਂਦੇ ਨੇ। ਤੇ ਇਹ 30% ਉਹ ਲੋਕੀ ਨੇ ਜਿਹੜੇ ਫਾਰਮਿੰਗ 'ਚ ਡਿਪੈਂਡ ਨਹੀਂ ਰਹਿ ਗਏ ਨੇ ਤੇ ਇਹ ਛੋਟੇ ਮੋਟੇ ਆਪਣੇ ਕੰਮ ਕਰ ਰਹੇ ਨੇ। ਇਹ ਹਾਲਾਂਕਿ ਐਸਾ ਨਹੀਂ ਹੈ ਕਿ ਮੈਂ ਵੱਡੀ ਫੈਕਟਰੀਆਂ ਦੀ ਗੱਲ ਕਰ ਰਹੀ ਹਾਂ, ਉਹ ਪਿੰਡਾਂ 'ਚ ਅੱਜ ਵੀ ਨਹੀਂ ਜੀ। ਉਹ ਕਿਉਂਕਿ ਲਾਉਣ 'ਚ ਬਹੁਤ ਪੈਸਾ ਲੱਗਦਾ ਹੈ, ਉਹ ਸ਼ਹਿਰਾਂ ਦੀਆਂ ਗੱਲਾਂ ਨੇ। ਪਰ ਸਹਿਜ ਉਹਨਾਂ ਦੀ ਵੀ ਗੱਲ ਕਰਾਂਗੇ ਕਿ ਉਹ ਕਿਵੇਂ ਪਿੰਡਾਂ 'ਚ ਆ ਸਕਦੀਆਂ ਨੇ, ਜਾਂ ਉਹ ਨਹੀਂ ਤੇ ਮੀਡੀਅਮ ਚੀਜ਼ਾਂ ਕਿਵੇਂ, ਅਗਰ ਇੱਕ ਬੰਦਾ ਨਹੀਂ ਕਰ ਪਾ ਰਿਹਾ, ਇਕੱਠੇ ਹੋ ਕੇ ਕਿਵੇਂ ਕਰ ਸਕਦੇ ਆ, ਜਾਂ ਸਰਕਾਰੀ ਸੁਵਿਧਾ ਹੈਗੀਆਂ ਨੇ ਨਹੀਂ ਹੈਗੀਆਂ ਨੇ, ਉਹ ਸਾਰੀਆਂ ਗੱਲਾਂ ਕਰਾਂਗੇ। ਮੈਂ ਅੱਜ ਕੱਲ੍ਹ ਯੂਨੀਵਰਸਿਟੀਆਂ ਨਾਲ ਵੀ ਕੰਟੈਕਟ ਕਰ ਰਿਹਾ ਤੇ ਕਈ ਪ੍ਰੋਫੈਸ਼ਨਲਾਂ ਨਾਲ ਕੰਟੈਕਟ ਕਰ ਰਿਹਾ ਤੇ ਕਈ ਜਿਹੜੇ ਨੈਸ਼ਨਲ ਇੰਸਟੀਚਿਊਟ ਆ ਉਹਨਾਂ ਨਾਲ ਵੀ ਕੰਟੈਕਟ ਕਰ ਰਿਹਾ, ਨਾਲ ਆਪਣੀ ਪੜ੍ਹਾਈ ਜਾਰੀ ਰੱਖੀ ਹੈ। ਕਿਉਂਕਿ ਇਹ ਗੱਲਾਂ ਇੱਦਾਂ ਨਹੀਂ ਕਿ ਵੀ ਆ ਕੇ ਬਕਵਾਸ ਕਰ ਜਾਈਏ, ਉਹ ਨਹੀਂ ਹੁੰਦਾ ਜੀ। ਕਿਸਾਨਾਂ ਦੇ ਵਿੱਚ ਵੀ ਬਹਿੰਦੇ ਆ,
ਤੇ ਆ ਜਿਹੜੇ ਸਿਸਟਮ ਚਲਾ ਰਹੇ ਨੇ, ਜਿਹੜੇ ਆਰਗੇਨਾਈਜੇਸ਼ਨ ਨੇ, ਜਿਹੜੇ ਪਾਲਿਸੀ ਬਣਾ ਰਹੇ ਨੇ, ਉਹਨਾਂ ਦੇ ਵਿੱਚ ਵੀ ਜਾਣਾ। ਕਿਤੇ ਨਾ ਕਿਤੇ ਅਸੀਂ ਇਹਨਾਂ ਦੋਵਾਂ ਦੇ ਵਿੱਚ ਦਾ ਕੰਮ ਕਰਕੇ ਤੁਹਾਡੇ ਤੱਕ ਇਨਫੋਰਮੇਸ਼ਨ ਲੈ ਕੇ ਆਉਣੀ ਹੈ। ਅੱਜ ਵੀਰ ਜੀ ਇੱਥੇ ਖਤਮ ਕਰਨੇ ਆ ਅੱਜ ਦੀ ਵੀਡੀਓ। ਇਹ ਛੋਟਾ ਜਿਹਾ ਇੱਕ ਸੋਚਿਆ ਸੀ ਕਿ ਤੁਹਾਡੇ ਨਾਲ ਜੁੜੀਏ, ਤੁਹਾਨੂੰ ਦੱਸੀਏ ਕਿ ਅਸੀਂ ਕੀ ਅੱਗੇ ਤੁਹਾਡੇ ਲਈ ਲਿਆ ਰਹੇ ਹਾਂ ਤੇ ਇਕਨੋਮੀ ਕਿਵੇਂ ਚੱਲਦੀ ਹੈ। ਇੱਕ ਐਵਰੇਜ ਪਿੰਡ ਦਾ ਐਗਜ਼ਾਮਪਲ ਦਿੱਤਾ, 70% ਇਹ ਦੇਸ਼ ਪਿੰਡਾਂ ਨਾਲ ਬਣਿਆ ਤੇ ਸਾਡੀ ਸ਼ਾਨ ਹੈ ਜੀ। ਅਸੀਂ ਜ਼ਰੂਰ ਤੁਹਾਡੇ ਅੱਗੇ ਹੋਰ ਇਨਫੋਰਮੇਸ਼ਨ ਲੈ ਕੇ ਆਵਾਂਗੇ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਜਿਹੜੇ ਮੇਰੇ ਵੀਰ ਨੇ ਹਾਲੇ ਤੱਕ ਲਾਈਕ ਨਹੀਂ ਕੀਤਾ ਜੀ, ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਕਰ ਲਓ। ਇੱਕ ਬੈਲ ਆਈਕਨ ਹੁੰਦਾ, ਘੰਟੀ ਬਣੀ ਹੁੰਦੀ ਹੈ, ਉਹ ਤੁਸੀਂ ਕਲਿੱਕ ਕਰ ਦਿਓਗੇ। ਜੇਕਰ ਤੁਹਾਨੂੰ ਵੀਡੀਓ ਠੀਕ ਲੱਗਦੀਆਂ ਨੇ, ਤੁਹਾਡੀਆਂ ਹੈਲਪ ਕਰ ਸਕਦੀਆਂ ਨੇ, ਤੁਹਾਨੂੰ ਲੱਗਦਾ ਕਿ ਉਹ ਵੀ ਦਬਾ ਦਿਓ, ਅੱਗੇ ਤੁਹਾਨੂੰ ਆਪਣੇ ਆਪ ਨੋਟੀਫਿਕੇਸ਼ਨ ਆ ਜਾਏਗੀ ਤੇ ਚੈਨਲ ਨੂੰ ਥੋੜਾ ਵਧਾਓ ਅੱਗੇ। ਹੋਰ ਸਾਨੂੰ ਹਿੰਮਤ ਮਿਲੇਗੀ ਕਿ ਕਿਵੇਂ ਸਰਕਾਰੀ ਸਿਸਟਮ ਕੋਲ ਪਹੁੰਚਿਆ ਜਾਏ, ਕਿਵੇਂ ਕਿਤੇ ਨਾ ਕਿਤੇ ਅਸੀਂ ਵੀ ਵੱਡੇ ਫਾਰਮਰ ਦੀ ਤਰ੍ਹਾਂ ਸੋਚ ਸਕੀਏ, ਜਿਹੜਾ ਮੇਰਾ ਵੀ ਛੋਟਾ ਫਾਰਮਰ ਹੈ।